हमने 3 कृषि कानूनों को वापस लेने का, रिपील करने का निर्णय लिया। ਇਹ ਤਿੰਨ ਖੇਤੀ ਕਾਨੂੰਨ ਜੇ ਰੱਦ ਵੀ ਹੋ ਜਾਣਗੇ ਉਹਨਾਂ ਦੀ ਹਾਲਤ ਸੁਧਰ ਜਾਣਗੇ। ਇਹ ਤਾਂ ਨਿਰਭਰ ਕਰੂਗਾ ਕਿ ਆਉਣ ਵਾਲੇ ਟਾਈਮ 'ਚ ਦੇਸ਼ ਦਾ ਆਰਥਿਕ ਵਿਕਾਸ ਮਾਡਲ ਕੀ ਹੈ ਤੇ ਨਾਲ ਜਿਹੜਾ ਹੈਗਾ ਖੇਤੀਬਾੜੀ ਨੀਤੀਆਂ ਕੀ ਨੇ। WTO ਦੇ ਜਦੋਂ ਅਸੀਂ ਗੱਲਾਂ ਕਰਦੇ ਹਾਂ, ਜੋ WTO ਦੀ ਚਰਚਾ ਕਰਦੇ ਹਾਂ, ਉਦੋਂ ਇਹੋ ਜਿਹੇ ਮਾਡਲ ਅਸੀਂ ਲੈ ਕੇ ਆਵਾਂਗੇ ਜਿਹਦੇ ਵਿੱਚ ਥੱਲੇ ਬੰਦੇ ਨੂੰ ਜਾ ਕੇ ਰੋਜ਼ਗਾਰ ਮਿਲੇ। ਸਾਨੂੰ ਜਿਹੜਾ ਪਬਲਿਕ ਸੈਕਟਰ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਕੇਅਰ ਲਿਆਉਣੀ ਪਊਗੀ ਤਾਂ ਹੀ ਲੋਕ ਬਚਦੇ ਰਹਿ ਸਕਣਗੇ। ਹੋਊਗਾ ਨਾ ਸਮਝੀਏ ਨਾਉਨ ਹੋਊਗਾ ਨਹੀਂ ਸਮਝਦੇ, ਪਰ ਉਹਦੇ ਲਈ ਕੰਮ ਸਾਡੀਆਂ ਸਰਕਾਰਾਂ ਨੂੰ ਕਰਨਾ ਪੈਣਾ ਹੈਗਾ। ਇਹਨਾਂ ਖੇਤੀ ਨੂੰ ਰੱਦ ਹੋਣ ਦੇ ਨਾਲ ਕਾਰਪੋਰੇਟਸ ਦੀ ਐਂਟਰੀ ਹੈ ਘਟ ਜੂਗੀ ਤੁਹਾਨੂੰ ਲੱਗਦਾ? ਜਿਹੜੀ ਕਾਰਪੋਰੇਟਸ ਦੀ ਐਂਟਰੀ ਹੈ ਇਹ ਜਿਸ ਤਰ੍ਹਾਂ ਪਹਿਲਾਂ ਕਾਨੂੰਨ ਇੰਪਲੀਮੈਂਟ ਹੋਣ ਨਾ ਹੋਣੀ ਸੀ ਉਸ ਤਰ੍ਹਾਂ ਨਹੀਂ ਹੋਊਗੀ, ਉਹਦਾ ਰੁਕ ਜੂਗੀ। ਮਿਸਟਰ ਮੋਦੀ ਨੇ ਹੁਣ ਤੱਕ ਜਿਹੜੇ ਫੈਸਲੇ ਲਏ ਆ ਉਸ ਤੋਂ ਪਿੱਛੇ ਨਹੀਂ ਹਟੇਗੇ। ਤੁਹਾਨੂੰ ਲੱਗਦਾ ਕਿ ਇਸ ਫੈਸਲੇ ਤੋਂ ਪਿੱਛੇ ਹਟਣ ਤੋਂ ਬਾਅਦ ਉਹ ਪੂਰੀ ਤਿਆਰੀ ਨਾਲ ਆਉਣ ਦੀ ਕੋਸ਼ਿਸ਼ ਕਰਨਗੇ ਇਸ ਤੋਂ ਬਾਅਦ? ਇਕੱਲੀ ਗੱਲ ਨਰਿੰਦਰ ਮੋਦੀ ਉਹਨਾਂ ਦੀ ਨਹੀਂ, ਸਾਰੀਆਂ ਸਰਕਾਰਾਂ ਹੀ ਸੋਚ ਸਮਝ ਕੇ ਫੈਸਲੇ ਲੈਣਗੀਆਂ। ਜਸਟ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। 3 ਖੇਤੀ ਕਾਨੂੰਨ ਰੱਦ ਹੋਣ ਕੇ ਪ੍ਰਧਾਨ ਮੰਤਰੀ ਨੇ ਜਦੋਂ ਇਹ ਐਲਾਨ ਕੀਤਾ ਉਸ ਤੋਂ ਬਾਅਦ ਇਹ ਸਵਾਲ ਹੈ ਜਿਹੜਾ ਉਹ ਸਾਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਕਿ 3 ਖੇਤੀ ਕਾਨੂੰਨ ਰੱਦ ਹੋ ਜਾਣਗੇ ਇਸ ਤੋਂ ਅੱਗੇ ਕੀ ਹੋਊਗਾ। ਸਵਾਲ ਇਹੀ ਹੈ, ਇਹ ਖੇਤੀ ਕਾਨੂੰਨ ਰੱਦ ਹੋਣ ਦੇ ਨਾਲ ਕਿਸਾਨਾਂ ਦੀ ਦਸ਼ਾ ਦਿਸ਼ਾ ਸੁਧਰ ਜਾਵੇਗੀ? ਨਹੀਂ, ਕਿਸਾਨਾਂ ਦੀ ਦਸ਼ਾ ਦਿਸ਼ਾ ਪਹਿਲਾਂ ਵਰਗੀ ਹੀ ਹੈ। ਉਸ ਤੋਂ ਇਲਾਵਾ ਕੋਈ ਖੇਤੀ ਨੀਤੀ ਬਣਾਉਣੀ ਪਊਗੀ, ਕੋਈ ਪਾਲਿਸੀ ਬਣਾਉਣੀ ਪਊਗੀ, MSP ਦਾ ਜਿਹੜਾ ਸ਼ੋਡ ਕਾਨੂੰਨ ਹੈਗਾ ਉਹ ਬਣਾਉਣਾ ਪਊਗਾ, ਬਹੁਤ ਕੁਝ ਕਰਨਾ ਬਾਕੀ ਹੈਗਾ। ਇਹ 3 ਖੇਤੀ ਕਾਨੂੰਨ ਤਾਂ ਇਸ ਤੋਂ ਪਹਿਲਾਂ ਨਹੀਂ ਹੈਗੇ ਸੀ, ਜਦੋਂ ਆਏ ਸੀ ਉਸ ਤੋਂ ਬਾਅਦ ਹੀ ਇਹ ਸਾਰਾ ਸੰਘਰਸ਼ ਸ਼ੁਰੂ ਹੋਇਆ ਸੀਗਾ। ਇਸੇ ਬਾਬਤ ਗੱਲ ਕਰਾਂਗੇ। ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈਗੇ ਆ, ਡਾਕਟਰ ਗਿਆਨ ਸਿੰਘ। ਤੁਸੀਂ ਅਕਸਰ ਉਹਨਾਂ ਦੇ ਆਰਟੀਕਲ ਪੜ੍ਹਦੇ ਹੋ, ਅਕਸਰ ਉਹਨਾਂ ਨੂੰ TV ਡਿਬੇਟਸ ਵਿੱਚ ਦੇਖਦੇ ਹੋ, ਇੰਟਰਵਿਊ ਵਿੱਚ ਵੀ ਦੇਖਦੇ ਹੋ। ਡਾਕਟਰ ਗਿਆਨ ਸਿੰਘ ਸਾਬਕਾ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਐਗਰੋ ਇਕੋਨਮਿਸਟ ਨੇ। ਤਕਰੀਬਨ ਉਹਨਾਂ ਦੀਆਂ 19 ਕਿਤਾਬਾਂ ਆ ਚੁੱਕੀਆਂ ਤੇ 550 ਦੇ ਨੇੜੇ ਆਰਟੀਕਲ ਆ ਜਿਹੜੇ ਵੱਖ-ਵੱਖ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹ ਚੁੱਕੇ ਹੋ। ਇਸ ਤੋਂ ਇਲਾਵਾ ਉਹ ਜਿਵੇਂ ਉਹਨਾਂ ਦਾ ਨਾਮ ਹੈਗਾ ਉਹ ਗਿਆਨ ਦਾ ਸਾਗਰ ਨੇ, ਮੈਂ ਤਾਂ ਇੱਥੋਂ ਤੱਕ ਵੀ ਕਹਿ ਸਕਦਾ। ਪਰ ਜਿਹੜਾ ਉਹਨਾਂ ਨੇ ਕੰਮ ਕੀਤਾ ਹੈਗਾ ਉਹ ਗਰਾਊਂਡ ਤੇ ਕੀਤਾ ਹੈ, ਗੂਗਲ ਤੇ ਨਹੀਂ ਕੀਤਾ। ਇਸ ਲਈ ਉਹਨਾਂ ਨੂੰ ਸੱਦਿਆ। ਡਾਕਟਰ ਗਿਆਨ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਸ਼ੁਕਰੀਆ ਜੀ KP ਸਿੰਘ ਜੀ। ਡਾਕਟਰ ਗਿਆਨ ਸਿੰਘ, ਤੁਸੀਂ ਰੂਰਲ ਇਕੋਨਮੀ ਤੇ ਕੰਮ ਕੀਤਾ ਹੈ। ਹਾਂਜੀ। ਪੇਂਡੂ ਖੇਤਰਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਜਿਹੜਾ ਸਾਡਾ ਭਾਈਚਾਰਾ, ਖੇਤ ਮਜ਼ਦੂਰ ਭਾਈਚਾਰਾ, ਉਹਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ। ਇਹ 3 ਖੇਤੀ ਕਾਨੂੰਨ ਜੇ ਰੱਦ ਵੀ ਹੋ ਜਾਣਗੇ ਉਹਨਾਂ ਦੀ ਹਾਲਤ ਸੁਧਰ ਜਾਣਗੇ? ਪਹਿਲੀ ਗੱਲ ਤਾਂ ਇਹ ਕਿ 3 ਕਾਨੂੰਨ ਇਹ ਤਾਂ ਰੱਦ ਹੋਣਗੇ ਹੀ, ਕਿਉਂਕਿ ਪ੍ਰਾਈਮ ਮਿਨਿਸਟਰ ਨੇ ਜਿਹੜੀ ਪਬਲਿਕਲੀ ਸਟੇਟਮੈਂਟ ਦਿੱਤੀ ਹੈ ਉਹ ਰੱਦ ਨਾ ਹੋਣ ਦਾ ਕੋਈ ਕਾਰਨ ਨਹੀਂ। ਪਰ ਜਿੱਥੇ ਤੱਕ ਗੱਲ ਹੈ, ਜੇ 3 ਖੇਤੀ ਕਾਨੂੰਨ ਰਿਪੀਲ ਹੁੰਦੇ ਨੇ ਤਾਂ ਕੀ ਹੋਊਗਾ? ਜੇ ਸਿਰਫ 3 ਖੇਤੀ ਕਾਨੂੰਨ ਰੱਦ ਹੁੰਦੇ ਨੇ, ਮੁੜ ਕੇ ਅਸੀਂ 5 ਜੂਨ 2020 ਤੇ ਜਾ ਰਹਾਂਗੇ। 5 ਜੂਨ 2020 ਕੀ ਸੀ? ਕਿਸਾਨ, ਖੇਤ ਮਜ਼ਦੂਰ ਤੇ ਪਿੰਡੂ ਛੋਟਾ ਕਾਰੀਗਰ ਕਰਜ਼ੇ ਦੇ ਘੋਰ ਗਰੀਬੀ 'ਚ ਕੁਰਲਾ ਰਿਹਾ ਸੀ ਤੇ ਫਿਰ ਉੱਥੇ ਜਾ ਰਹੇ ਤਾਂ ਉਹ ਉਸ ਤਰ੍ਹਾਂ ਦੀ ਪੋਜੀਸ਼ਨ ਹੋਊਗੀ। ਹਾਂ, ਇਹ ਜ਼ਰੂਰ ਰਿਲੀਫ ਮਿਲੂਗੀ ਜੇ 3 ਖੇਤੀ ਕਾਨੂੰਨ ਜਿਹੜੇ ਬਣਾਏ ਗਏ ਸੀ ਉਹ ਲਾਗੂ ਕਰ ਦਿੱਤੇ ਜਾਂਦੇ ਤਾਂ ਇਹਨਾਂ ਦਾ ਵੱਡੇ ਪੱਧਰ ਤੇ ਉਜਾੜਾ ਹੋਣਾ ਸੀ। ਇਹ ਉਜਾੜਾ ਕੁਛ ਹੱਦ ਤੱਕ ਰੋਕਿਆ ਜਾਊਗਾ, ਪਰ ਇਹ ਤਾਂ ਨਿਰਭਰ ਕਰੂਗਾ ਕਿ ਆਉਣ ਵਾਲੇ ਟਾਈਮ 'ਚ ਦੇਸ਼ ਦਾ ਆਰਥਿਕ ਵਿਕਾਸ ਮਾਡਲ ਕੀ ਹੈ ਤੇ ਨਾਲ ਜਿਹੜਾ ਹੈਗਾ ਖੇਤੀਬਾੜੀ ਨੀਤੀਆਂ ਕੀ ਨੇ, ਉਹਦੇ ਤੇ ਕਰੂਗਾ। ਅਦਰਵਾਈਜ਼ ਜਿਹੜਾ ਹੈਗਾ ਉਹਨਾਂ ਦੀ ਵੱਡੀ ਹਾਲਤ ਸੁਧਰਨ ਦੇ ਅਸਾਰ ਦਿਖਾਈ ਨਹੀਂ ਦਿੰਦੇ ਹੈਗੇ। ਡਾਕਟਰ ਗਿਆਨ ਸਿੰਘ, ਤੁਸੀਂ ਅਕਸਰ ਖੇਤ ਮਜ਼ਦੂਰਾਂ ਦੀ ਗੱਲ ਕਰਦੇ ਹੋ, ਛੋਟੇ ਕਾਰੀਗਰ ਦੀ ਗੱਲ ਕਰਦੇ ਹੋ, ਔਰਤਾਂ ਦੀ ਗੱਲ ਕਰਦੇ ਹੋ, ਤੁਸੀਂ ਇਹਨਾਂ ਤੇ ਬੜੀ ਰਿਸਰਚ ਵੀ ਕੀਤੀ ਹੋਈ ਹੈ। ਡਾਕਟਰ ਗਿਆਨ ਸਿੰਘ, ਉਹਨਾਂ ਦੀ ਹਾਲਤ ਸੁਧਾਰਨ ਲਈ ਕਰਨਾ ਕੀ ਚਾਹੀਦਾ? ਕਿਉਂਕਿ ਅਸੀਂ ਸਿਰਫ ਨਿੰਦਦੇ ਪਏ ਹਾਂ, ਹੱਲ ਵੱਲ ਨਹੀਂ ਤੁਰਦੇ ਪਏ। ਦੇਖੋ, ਜਿੱਥੇ ਤੱਕ ਖੇਤ ਮਜ਼ਦੂਰਾਂ ਦਾ ਸਵਾਲ ਹੈ ਤੇ ਪਿੰਡੂ ਕਾਰੀਗਰ ਦਾ ਸਵਾਲ ਹੈ, ਕੁੱਲ ਮਿਲਾ ਕੇ ਇਹ ਜਿਹੜਾ ਵਰਗ ਹੈ ਇਹ ਜ਼ਮੀਨ ਵਿਹੂਣ ਹੈ। ਇਹਨਾਂ ਦਾ ਸਾਰਾ ਇਹ 2 ਡੰਗ ਦੀ ਰੋਟੀ ਦਾ ਜਿਹੜਾ ਚੁੱਲ੍ਹਾ ਬਲਦਾ ਰੱਖਣਾ ਹੈ ਉਹ ਡਿਪੈਂਡ ਕਰਦਾ ਹੈ ਇਹਨਾਂ ਦੇ ਰੁਜ਼ਗਾਰ ਤੇ। ਜਦੋਂ ਦੀ ਖੇਤੀਬਾੜੀ ਦੀ ਨਵੀਂ ਯੁੱਗ ਅਪਣਾਈ ਹੈ 60ਵੇਂ ਦਰਮਿਆਨ, ਉਦੋਂ ਤੋਂ ਖੇਤੀਬਾੜੀ ਦੀ ਨਵੀਂ ਯੁੱਗ ਦੇ ਪਲੰਦੇ ਵਿੱਚ ਇਹ ਮਸ਼ੀਨਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਨੇ ਖੇਤੀ ਰੁਜ਼ਗਾਰ ਨੂੰ ਵੱਡੇ ਪੱਧਰ ਤੇ ਘਟਾਇਆ। ਇਹ ਉਹਨਾਂ ਨੇ ਕਿਸਾਨਾਂ ਦੇ ਰੁਜ਼ਗਾਰ ਨੂੰ ਵੀ ਸੱਟ ਮਾਰੀ ਹੈ, ਖਾਸ ਕਰਕੇ ਮਾਰਜਨਲ ਤੇ ਸਮਾਲ ਫਾਰਮਰ ਦੇ। ਪਰ ਸਭ ਤੋਂ ਵੱਡੀ ਸੱਟ ਹੈ ਜਿਹੜੀ ਉਹ ਖੇਤ ਮਜ਼ਦੂਰਾਂ ਦੇ ਪਿੰਡੂ ਛੋਟੇ ਕਾਰੀਗਰਾਂ ਦੇ ਹੈਗੀ। ਜਦੋਂ ਇਸ ਤਰ੍ਹਾਂ ਦੀ ਟੈਕਨੋਲੋਜੀ ਅਪਣਾ ਲਈ ਹੈ ਤਾਂ ਸਾਨੂੰ ਉਹਨਾਂ ਦੇ ਰੁਜ਼ਗਾਰ ਦਾ, ਉਹਨਾਂ ਦੇ ਨਾਲ
ਇੱਕ ਮਿਨੀਮਮ ਇਨਕਮ ਲੈਵਲ ਦਾ ਜਿਹੜਾ ਹੈਗਾ ਇੰਤਜ਼ਾਮ ਕਰਨਾ ਪਊ। ਉਹ ਸਰਕਾਰਾਂ ਕਰ ਸਕਦੀਆਂ ਨੇ, ਹੋਰ ਕੋਈ ਨਹੀਂ ਕਰ ਸਕਦਾ, ਕਿਉਂਕਿ ਜਦੋਂ ਰੁਜ਼ਗਾਰ ਦੇ ਦਿਨ ਬਹੁਤ ਜ਼ਿਆਦਾ ਘਟ ਗਏ। ਪਹਿਲਾਂ ਗੋਡੀ ਦਾ ਕੰਮ 7-8 ਮਹੀਨੇ ਚੱਲਦਾ ਸੀ, ਹੁਣ ਤਾਂ ਗੋਡੀ ਦਾ ਕੰਮ ਲਗਭਗ ਖਤਮ ਹੋ ਗਿਆ ਕਿ ਹੋਇੰਗ ਦਾ ਕੰਮ ਜਿਹਨੂੰ ਕਹਿੰਦੇ ਆ, ਹੁਣ ਤਾਂ ਸਪਰੇਅ ਕੀਤੀ ਕੈਮੀਕਲ ਦੀ, ਮੁੜ ਕੇ ਲੋੜ ਇਹਨਾਂ ਦੀ। ਇਸ ਲਈ ਜਿਹੜੀ ਉਹਦਾ ਰੁਜ਼ਗਾਰ ਹੈ, ਉਹਦਾ ਰੁਜ਼ਗਾਰ ਵਧਾਉਣਾ ਪਊਗਾ। ਉਹ ਖੇਤੀਬਾੜੀ 'ਚ ਅੱਜ ਦੇ ਜਿਹੜਾ ਚੱਲ ਰਿਹਾ ਮਾਡਲ ਹੈ ਉਹ 'ਚ ਵਧਣ ਦੇ ਅਨੁਸਾਰ ਨਹੀਂ ਹੈਗੇ। ਉਹਦਾ ਰੁਜ਼ਗਾਰ ਪੇਂਡੂ ਰੁਜ਼ਗਾਰ ਸਕੀਮਾਂ ਨਾਲ ਵੱਧ ਸਕਦਾ ਹੈ, ਜਿਵੇਂ MG ਨਰੇਗਾ ਹੈਗਾ ਜਾਂ ਉਸ ਵਰਗੀਆਂ ਸਕੀਮਾਂ ਨੇ, ਜਾਂ ਹੋਰ ਪੇਂਡੂ ਲੈਵਲ ਤੇ ਧੰਦੇ ਸ਼ੁਰੂ ਕਰਕੇ ਹੋ ਸਕਦਾ, ਕਿਉਂਕਿ ਸ਼ਹਿਰਾਂ ਦੇ ਵਿੱਚ ਜਿਹੜੀ ਇੰਡਸਟਰੀ ਹੈ ਜਾਂ ਸਰਵਿਸ ਸੈਕਟਰ ਹੈ, ਉੱਥੇ ਤਾਂ ਇੰਡਸਟਰੀਅਲ ਸੈਕਟਰ ਦੇ ਵਿੱਚ ਆਲਰੇਡੀ ਇੰਪਲਾਇਮੈਂਟ ਗਰੋਥ ਰੇਟ ਨੈਗੇਟਿਵ ਹੈ, ਤੇ ਸਰਵਿਸ ਸੈਕਟਰ 'ਚ ਥੋੜ੍ਹੇ ਜਿਹੇ ਐਵਨਿਊਜ਼ ਹੈਗੇ, ਪਰ ਉਹ ਇੰਗਲਿਸ਼ ਪੜ੍ਹੇ ਲਿਖਿਆਂ ਲਈ, ਇੰਗਲਿਸ਼ ਬੋਲਣ ਵਾਲਿਆਂ ਲਈ ਤੇ ਕੰਪਿਊਟਰ ਚਲਾਉਣ ਵਾਲਿਆਂ ਲਈ ਨੇ। ਇਹ ਜਿਹੜਾ ਵਰਗ ਹੈ ਖੇਤ ਮਜ਼ਦੂਰ ਤੇ ਪਿੰਡ ਛੋਟੇ ਕਾਰੀਗਰ, ਇਹ ਤਾਂ ਕੋਰੇ ਅਨਪੜ੍ਹ ਵੀ ਨੇ, ਜਿਹੜੇ ਪੜ੍ਹੇ ਹੋਏ ਨੇ ਉਹ ਪੜ੍ਹੇ ਲਿਖੇ ਅਨਪੜ੍ਹ ਨੇ, ਕਿਉਂਕਿ ਉਹਨਾਂ ਨੂੰ ਪੜ੍ਹਨਾ ਵੀ ਨਹੀਂ ਆ ਰਿਹਾ ਜਿਹੜੀ ਸਕੂਲਾਂ 'ਚ ਉਹਨਾਂ ਨੂੰ ਅਸੀਂ ਸਿੱਖਿਆ ਦਿੱਤੀ ਹੈ, ਤੇ ਥੋੜ੍ਹੇ ਪੜ੍ਹੇ ਲਿਖੇ ਨੇ ਜਿਹੜੇ ਉਹ ਪੜ੍ਹੇ ਲਿਖੇ ਨੇ, ਉਹ ਉੱਥੇ ਰੁਜ਼ਗਾਰ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਉਹਨਾਂ ਲਈ ਰੁਜ਼ਗਾਰ MG ਨਰੇਗਾ ਵਰਗਾ ਸਿਰਫ 100 ਦਿਨ ਨਹੀਂ, ਤੇ 100 ਦਿਨ 'ਚੋਂ ਵੀ ਕੁਝ ਦਿਨ ਮਿਲਦਾ ਹੈ, ਸਿਰਫ 280 ਜਾਂ 85 ਰੁਪਏ ਦਿਹਾੜੀ ਨਾਲ ਨਹੀਂ ਸਰਨਾ। ਉਹਨਾਂ ਨੂੰ ਘੱਟੋ ਘੱਟ ਸਰਕਾਰਾਂ ਦੁਆਰਾ ਆਪ ਨਿਸ਼ਚਿਤ ਕੀਤੀਆਂ ਮਿਨੀਮਮ ਵੇਜਸ ਦੇ ਦਿੱਤੇ ਜਾਣ, ਤੇ ਰੁਜ਼ਗਾਰ ਕਿਉਂ ਨਾ ਉਹਨਾਂ ਦੇ ਘਰਾਂ 'ਚ ਕੰਮ ਕਰਨ ਵਾਲਿਆਂ ਨੂੰ ਇਹ ਪੇਂਡੂ ਵਿਕਾਸ ਲਈ ਸਾਰਾ ਰੁਜ਼ਗਾਰ ਜਿੰਨਾ ਉਹਨਾਂ ਨੂੰ ਚਾਹੀਦਾ ਉਨਾ ਮਿਲੇ। ਉਧਰ ਨਾਲ ਜਿਹੜਾ ਇਕਨੋਮਿਕ ਮਾਡਲ ਹੈ ਦੇਸ਼ ਦਾ, ਉਹ ਇਸ ਤਰ੍ਹਾਂ ਬਦਲੇ ਕਿ ਪ੍ਰੋ ਕਾਰਪੋਰੇਟ ਦੀ ਜਗ੍ਹਾ ਪ੍ਰੋ ਪੀਪਲ ਤੇ ਪ੍ਰੋ ਨੇਚਰ ਹੋਵੇ, ਜਿਹਦੇ ਨਾਲ ਅਸੀਂ ਆਪਦੀ ਕੁਦਰਤ ਨੂੰ ਵੀ ਬਚਾ ਸਕੀਏ, ਨਾਲ ਜਿਹੜਾ ਹੈਗਾ ਲੋਕਾਂ ਨੂੰ ਬਚਾ ਸਕੀਏ। ਇਕਨੋਮਿਕ ਡਿਸਪੈਰਿਟੀਜ਼ ਘਟਣ, ਜਿਹੜਾ ਟੌਪ 1% ਤੇ ਥੱਲੇ ਵਾਲੇ 99% ਦਾ ਗੈਪ ਹੈ ਉਹਨੂੰ ਘਟਾਈਏ, ਉਹਦੇ ਨਾਲ ਇਨਕਮ ਦਾ ਟਰਾਂਸਫਰ ਹੋਵੇ ਤਾਂ ਕਿ ਇਕਨੋਮੀ ਚੱਲਦੀ ਰਹੇ, ਕਿਉਂਕਿ ਜਦੋਂ ਥੱਲੇ ਵਾਲੇ ਲੋਕਾਂ ਕੋਲ ਪੈਸਾ ਆਊਗਾ ਉਹਦੇ ਨਾਲ ਡਿਮਾਂਡ ਜਨਰੇਟ ਹੋਣੀ ਹੈ, ਉਹਦੇ ਨਾਲ ਹੀ ਮਾਰਕੀਟ ਚੱਲਣੀ ਹੈ, ਉਹਦੇ ਨਾਲ ਇਕਨੋਮੀ ਚੱਲਣੀ ਹੈ। ਡਾਕਟਰ ਗਿਆਨ ਸਿੰਘ, ਤੁਹਾਨੂੰ ਉਮੀਦ ਹੈਗੀ ਹੈ ਕਿ ਥੱਲੇ ਲੋਕਾਂ ਤੱਕ ਰੁਜ਼ਗਾਰ ਜਾਊਗਾ? ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹੁਣ ਵਾਲਾ ਜਿਹੜਾ ਮਾਡਲ ਹੈਗਾ ਉਸ ਦੇ ਤਹਿਤ ਤਾਂ ਨਹੀਂ ਸਭ ਕੁਝ ਹੋ ਸਕਦਾਗਾ, ਸਾਨੂੰ ਆਦੀ ਮਾਡਲ, ਸਾਨੂੰ ਆਦਾ ਸੋਚ, ਆਦਾ ਆਰਥਿਕ ਮਾਡਲ ਬਦਲਣਾ ਪਊਗਾ। ਮੇਰਾ ਸਵਾਲ ਹੈ ਡਾਕਟਰ ਗਿਆਨ ਸਿੰਘ, ਜਿਹੜਾ WTO ਦੇ ਜਦੋਂ ਅਸੀਂ ਗੱਲਾਂ ਕਰਦੇ ਹਾਂ, ਜੋ WTO ਦੀ ਚਰਚਾ ਕਰਦੇ ਹਾਂ, ਉਦੋਂ ਇਹੋ ਜਿਹੇ ਮਾਡਲ ਅਸੀਂ ਲੈ ਕੇ ਆਵਾਂਗੇ ਜਿਹਦੇ ਵਿੱਚ ਥੱਲੇ ਬੰਦੇ ਨੂੰ ਜਾ ਕੇ ਰੁਜ਼ਗਾਰ ਮਿਲੇ? ਇਹ ਅਸੀਂ WTO ਦੀ ਗੱਲ ਕਰਦੇ ਹਾਂ, ਅਸੀਂ ਉਹ ਤੋਂ ਬਹੁਤ ਭੈਭੀਤ ਹੁੰਦੇ ਹਾਂ WTO ਤੋਂ, ਤੇ ਕਹਿੰਦੇ ਹਾਂ ਕਿ ਜਦੋਂ WTO ਹੈਗਾ ਤਾਂ ਅਸੀਂ ਕਿਵੇਂ ਕਰਾਂਗੇ। ਇਹ ਅਮਰੀਕਾ ਤੇ ਚਾਈਨਾ ਨੇ WTO ਨੂੰ ਕੀ ਕੀਤਾ ਹੈਗਾ, ਜਦੋਂ ਉਹਨਾਂ ਦਾ ਦੇਸ਼ ਦੇ ਇੰਟਰਸਟ ਆਏ ਉੱਥੇ ਗਿਆ ਮਾਈ ਕੰਟਰੀ ਫਸਟ, ਹੈ ਨਾ। ਜੇ ਮਾਈ ਕੰਟਰੀ ਫਸਟ ਆ ਗਿਆ ਫਿਰ ਤੇ ਉਹ ਕਨਸੈਪਟ ਵੀ ਵੀਕ ਹੁੰਦੇ ਨੇ, ਕਿਉਂਕਿ ਜਿਹੜਾ ਇਹ ਚੱਲਿਆ ਪੰਜਾਬ ਤੋਂ ਸ਼ੁਰੂ ਹੋ ਕੇ ਇੰਡੀਆ ਦਾ ਸੰਘਰਸ਼ ਚੱਲਿਆ ਕਿਸਾਨਾਂ ਦਾ ਤੇ ਲੋਕਾਂ ਦਾ ਸੰਘਰਸ਼ ਬਣਿਆ, ਇਹਦਾ ਸੁਨੇਹਾ ਸਿਰਫ ਇੱਥੇ ਤੱਕ ਹੀ ਨਹੀਂ ਹੈਗਾ, ਇਹਦਾ ਸੁਨੇਹਾ ਤਾਂ ਸਾਰੀ ਦੁਨੀਆ ਦੇ ਕਾਰਪੋਰੇਸ਼ਨਾਂ ਨੂੰ ਵੀ ਹੈਗਾ, IMF ਨੂੰ ਵੀ ਹੈਗਾ, ਵਰਲਡ ਬੈਂਕ ਨੂੰ ਵੀ ਹੈ, ਤੇ ਇਸ ਤਰ੍ਹਾਂ ਦੇ ਹੋਰ ਵਿੱਤੀ ਸੰਸਥਾਵਾਂ ਨੂੰ ਵੀ ਹੈਗਾ, WTO ਨੂੰ ਵੀ ਹੈਗਾ, ਕਿ ਜਿਸ ਤਰ੍ਹਾਂ ਤੁਸੀਂ ਇਹ ਚਲਾ ਰਹੇ ਹੋ ਇਸ ਤਰ੍ਹਾਂ ਨਹੀਂ ਚੱਲਣਾ। ਇਹ WTO ਦੇ ਜਿਹੜਾ ਹੈਗਾ ਅਗੇਂਸਟ ਸਿਰਫ ਇੱਥੋਂ ਦੇ ਲੋਕ ਨਹੀਂ ਬੋਲ ਰਹੇ, ਇਹ ਤਾਂ ਜਿਹੜਾ ਹਾਈਲੀ ਡਿਵੈਲਪ ਕੰਟਰੀਜ਼ ਨੇ, ਕੈਪੀਟਲਿਸਟ ਕੰਟਰੀ ਜਿਵੇਂ ਅਮਰੀਕਾ ਹੈਗਾ ਜਾਂ ਉਸ ਵਰਗੇ ਹੋਰ ਕੰਟਰੀ ਦੇ ਨੇ, ਉੱਥੇ ਵਾਲੇ ਲੋਕ ਵੀ ਬੋਲਦੇ ਆ। ਉੱਥੇ ਡੈਮੋਕ੍ਰੈਟਿਕ ਪਾਰਟੀ ਦਾ ਪ੍ਰੈਜ਼ੀਡੈਂਟ ਹੈ, ਤੇ ਉਹਨਾਂ ਦੇ ਆਪਦੇ ਸੈਂਟਰ ਜਿਹੜੇ ਹੈਗੇ ਬਰਨੀ ਸੈਂਡਰਸ, ਐਲਿਜ਼ਾਬੈਥ ਵਾਰਨ, ਉਹ ਵੀ ਕਹਿ ਰਹੇ ਕਿ ਸਾਨੂੰ ਜਿਹੜਾ ਪਬਲਿਕ ਸੈਕਟਰ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਕੇਅਰ ਲਿਆਉਣੀ ਪਊਗੀ ਤਾਂ ਹੀ ਲੋਕ ਬਚਦੇ ਰਹਿ ਸਕਣਗੇ। ਇਸ ਲਈ WTO ਵਾਲਾ ਜਿਹੜਾ ਮਤਲਬ ਬਹੁਤ ਸਾਨੂੰ ਉਹਦੇ ਡਰ ਹੋਊਗਾ ਨਾ ਸਮਝੀਏ ਨਾ ਉਹਨੂੰ ਹੋਊਗਾ ਨਹੀਂ ਸਮਝਦੇ, ਪਰ ਉਹਦੇ ਲਈ ਕੰਮ ਸਾਡੀਆਂ ਸਰਕਾਰਾਂ ਨੂੰ ਕਰਨਾ ਪੈਣਾ ਹੈਗਾ ਕਿ ਕਿਵੇਂ ਅਸੀਂ ਆਪਦੇ ਲੋਕਾਂ ਨੂੰ ਬਚਾਉਣਾ ਹੈਗਾ। ਮੈਂ ਇੱਕ ਛੋਟਾ ਜਿਹਾ ਵਕਫਾ ਲਵਾਂਗਾ, ਵਕਫੇ ਤੋਂ ਫਿਰ ਵਾਪਸ ਆਵਾਂਗੇ। ਡਾਕਟਰ ਗਿਆਨ ਸਿੰਘ ਸਾਡਾ ਮੌਜੂਦ ਹੈ ਕਿ ਕੋਸ਼ਿਸ਼ ਕਰਾਂਗੇ ਇਹਨਾਂ ਤੋਂ ਉਹ ਗੱਲਾਂ ਜਾਣ ਸਕੀਏ ਜਿਹੜੀਆਂ ਇਸ ਤੋਂ ਬਾਅਦ ਹੋ ਸਕਦੀਆਂ, ਜਿਹੜੀਆਂ ਇਸ ਤੋਂ ਬਾਅਦ ਕੀਤੀਆਂ ਜਾਣੀਆਂ ਚਾਹੀਦੀਆਂ, ਹੱਲ ਕੀ ਹੋ ਸਕਦਾ, ਕਿਉਂਕਿ ਜਿਹੜਾ ਆਮ ਬੰਦਾ ਹੈਗਾ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਉਹ ਮਰਦਾ ਪਿਆ, ਖੁਦਕੁਸ਼ੀਆਂ ਕਰਦਾ ਪਿਆ। ਸਵਾਲ ਇਸੇ ਕਰਕੇ ਆ, ਉਹਨੂੰ ਬਚਾਉਣਾ ਕਿਵੇਂ ਹੈਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਗਿਆਨ ਸਿੰਘ ਸਾਡੇ ਨਾਲ ਨੇ। ਡਾਕਟਰ ਗਿਆਨ ਸਿੰਘ, ਜਦੋਂ WTO ਦਾ ਸਵਾਲ ਹੁੰਦਾ ਤੁਸੀਂ ਕਹਿ ਰਹੇ ਹੋਊਗਾ ਨਹੀਂ ਬਣਾਉਣਾ ਚਾਹੀਦਾ ਉਹਨੂੰ, ਮੇਰਾ ਸਵਾਲ ਹੈ ਜਿਹੜੀ ਖੁਦਕੁਸ਼ੀਆਂ ਉਹਨੂੰ ਰੋਕਿਆ ਕਿਵੇਂ ਜਾਊਗਾ? ਖੁਦਕੁਸ਼ੀਆਂ ਬਹੁਤ ਵੱਡੇ ਪੱਧਰ 'ਤੇ ਤੁਸੀਂ ਵੀ ਰਿਸਰਚ ਕੀਤੀ ਹੈ, ਇੱਥੋਂ ਤੱਕ ਕਿ ਰਿਸਰਚ ਤੁਹਾਡੀ ਰਿਸਰਚ ਵਿੱਚ ਇਹ ਵੀ ਆ ਗਿਆ ਜਿਨ੍ਹਾਂ ਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦਾ ਨਾਮ ਨਹੀਂ ਪਤਾ ਗਾ। ਤੁਹਾਡੀ ਰਿਸਰਚ ਵਿੱਚ ਇਹ ਵੀ ਹੈ ਕਿ ਬਹੁਤਿਆਂ ਨੂੰ ਆਪਣੇ ਰਾਸ਼ਟਰਪਤੀ ਤੱਕ ਦਾ ਨਾਮ ਨਹੀਂ ਪਤਾ ਗਾ। ਉਹਨਾਂ ਤੱਕ ਇਹ ਨੀਤੀਆਂ ਜਾਣਗੀਆਂ ਕਿਵੇਂ ਜਿਨ੍ਹਾਂ ਨੇ ਕਦੇ ਨਾਮ ਹੀ ਨਹੀਂ ਸੁਣਿਆ ਇਹਨਾਂ ਦਾ? ਦੇਖੋ, ਜਿਹੜੀ ਤੁਸੀਂ ਖੁਦਕੁਸ਼ੀਆਂ ਨੂੰ ਕਿਵੇਂ ਰੋਕਿਆ ਜਾਵੇ,
ਇਹ ਖੁਦਕਸ਼ੀਆਂ ਕਿਹਨਾਂ ਦੀਆਂ? ਮੇਰੇ ਖਿਆਲ 'ਚ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਖੁਦਕਸ਼ੀਆਂ ਦੀ, ਜੀ। ਕਿਸਾਨਾਂ ਖੇਤ ਮਜ਼ਦੂਰਾਂ ਦੇ ਪਿੰਡ ਛੋਟੇ ਘਰਾਂ ਦੀਆਂ ਖੁਦਕਸ਼ੀਆਂ। ਸਾਡੀ ਸਰਕਾਰ ਸਿਰਫ ਕਿਸਾਨਾਂ ਦੇ ਖੁਦਕਸ਼ੀਆਂ ਵੱਖ-ਵੱਖ ਸਟੇਟਾਂ ਤੋਂ ਜਿਹੜਾ ਡਾਟਾ ਜਾਂਦਾ ਹੈ ਇਹ ਨੈਸ਼ਨਲ ਕ੍ਰਾਈਮ ਰੈਕਰਡਸ ਬਿਊਰੋ ਨੂੰ ਉਹ ਕਰਕੇ ਪਬਲਿਸ਼ ਕਰਦੇ ਸੀ। ਤੇ ਪਿਛਲੇ ਕੁਝ ਸਾਲਾਂ ਤੋਂ ਉਹਦੇ ਤੇ ਬਹਿਸ ਛਿੜੀ ਹੋਈ ਹੈ ਉਸ ਡਾਟਾ ਤੇ ਵੀ। ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈਗਾ ਖੇਤ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਲੈਣ ਲੱਗੇ। ਪਿੰਡੂ ਜਿਹੜਾ ਛੋਟਾ ਕਾਰੀਗਰ ਹੈ ਉਹਦੀ ਖੁਦਕਸ਼ੀ ਬਾਰੇ ਤਾਂ ਗੱਲ ਹੀ ਨਹੀਂ। ਜਿਹੜੀਆਂ ਖੁਦਕਸ਼ੀਆਂ ਨੇ ਇਹ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਉਹਦੇ ਵੱਖ-ਵੱਖ ਕਾਰਨ ਹੋ ਸਕਦੇ ਨੇ ਤੇ ਹੁੰਦੇ ਨੇ। ਪਰ ਜੇ ਗੱਲ ਕਰੀਏ ਖੇਤੀਬਾੜੀ ਨਾਲ ਸੰਬੰਧਿਤ ਵਰਗਾਂ ਦੀ, ਕਿਸਾਨਾਂ 'ਚੋਂ ਬਹੁਤ ਵੱਡੀ ਗਿਣਤੀ 3/4 ਤੋਂ ਵੱਧ ਜਿਹੜੇ ਹੈਗੇ ਮੋਰ ਦੈਨ 75% ਉਹ ਸਮਾਲ ਤੇ ਮਾਰਜਨ ਫਾਰਮਰ ਨੇ। ਫਿਰ ਜਿਹੜੇ ਖੇਤ ਮਜ਼ਦੂਰ ਨੇ ਉਹਦੇ ਖੁਦਕਸ਼ੀਆਂ ਵੱਧ ਰਹੀਆਂ ਨੇ। ਇੱਕ ਜਿਹੜਾ ਰੁਝਾਨ ਬਹੁਤ ਦੁਖਦਾਈ ਹੈ, ਕਿਸਾਨਾਂ ਅਤੇ ਖੇਤ ਮਜ਼ਦੂਰਾਂ 'ਚ ਔਰਤਾਂ ਦੀਆਂ ਖੁਦਕਸ਼ੀਆਂ ਵੱਧ ਰਹੀਆਂ ਨੇ ਤੇ ਬੱਚਿਆਂ ਦੀਆਂ ਖੁਦਕਸ਼ੀਆਂ ਵੀ ਆ ਰਹੀਆਂ ਨੇ। ਉਹਨਾਂ ਨੂੰ ਰੋਕਿਆ ਕਿਵੇਂ ਜਾਵੇ? ਪਹਿਲੀ ਗੱਲ ਸਾਨੂੰ ਜਾਣਨਾ ਚਾਹੀਦਾ ਹੈ ਕਿ ਇਹਨਾਂ ਖੁਦਕਸ਼ੀਆਂ ਕਿਉਂ ਹੁੰਦੀਆਂ ਨੇ। ਇਹਨਾਂ 'ਚ ਮੋਟੇ ਦੋ ਜਿਹੜੇ ਕਾਰਨ ਸਾਹਮਣੇ ਆ ਰਹੇ ਨੇ। ਪਹਿਲਾ ਕਾਰਨ ਹੈਗਾ ਕਿ ਘੋਰ ਗਰੀਬੀ ਅਤੇ ਕਰਜ਼ਾ। ਪਹਾੜ ਜਿੱਡਾ ਕਰਜ਼ਾ ਤੇ ਘੋਰ ਗਰੀਬੀ ਜਾਂ ਵੱਧਦੇ ਨੇ, ਉਹ ਕਾਰਨ ਹੈ। ਦੂਜੀ ਗੱਲ ਹੈ ਕਿ ਖੇਤੀਬਾੜੀ ਦੀ ਨਵੀਂ ਯੁੱਗ ਤੋਂ ਅਪਣਾਉਣ ਤੋਂ ਪਹਿਲਾਂ ਸਾਡਾ ਪੇਂਡੂ ਭਾਈਚਾਰਾ ਇਹ ਸਮਾਜਿਕ ਸੰਬੰਧ ਬਹੁਤ ਨਿੱਘੇ ਸੀ, ਪਰ ਉਹ ਜਿਸ ਤਰ੍ਹਾਂ ਦਾ ਅਸੀਂ ਮਾਡਲ ਅਪਣਾਇਆ, ਨਿਊ ਐਗਰੀਕਲਚਰ ਸਟ੍ਰੈਟਜੀ ਅਪਣਾਈ, ਉਹਦੇ ਵਿੱਚ ਕਮਰਸ਼ੀਅਲਾਈਜੇਸ਼ਨ ਉਹਦੀ ਰੂਹ ਬਾੜਤੀ ਤੇ ਪੈਸੇ ਲਈ ਕੰਮ ਕੀਤਾ ਜਾਂਦਾ ਹੈ। ਪਹਿਲਾਂ ਜਦੋਂ ਕੋਈ ਵੀ ਪਿੰਡ ਦਾ ਵਰਗ ਗਰੀਬ ਹੈ, ਥੱਲੇ ਵਾਲਾ ਹੈ, ਉਹ ਕਿਸੇ ਵਿਵਸਥਾ 'ਚ ਆਉਂਦਾ ਸੀ, ਉਹਦੀ ਰੁਪਈਏ ਪੈਸੇ ਨਾਲ, ਇਹ ਦਾਣਿਆਂ ਨਾਲ ਅਤੇ ਮੋਰਲ ਸਪੋਰਟ ਪਿੰਡ ਦੇ ਅਮੀਰ ਕਿਸਾਨ ਜਾਂ ਹੋਰ ਘਰ ਕਰਦੇ ਸੀ। ਪਰ ਹੁਣ ਕਮਰਸ਼ੀਅਲਾਈਜੇਸ਼ਨ ਕਰਕੇ ਉਹ ਕਰਨ ਤੋਂ ਹਟ ਗਏ। ਇਸ ਲਈ ਵੱਧ ਰਿਹਾ ਕਰਜ਼ਾ ਤੇ ਘੋਰ ਗਰੀਬੀ ਤੇ ਨਾਲ ਸਮਾਜਿਕ ਸੰਬੰਧਾਂ ਦਾ ਵੀਕ ਹੋਣਾ ਜਾਂ ਨਿਘਾਰ ਵੱਲ ਜਾਣਾ, ਉਹ ਇਹਨਾਂ ਦੇ ਖੁਦਕਸ਼ੀਆਂ ਦੇ ਕਾਰਨ ਨੇ। ਜੇ ਖੁਦਕਸ਼ੀਆਂ ਰੋਕਣੀਆਂ ਨੇ ਤਾਂ ਉੱਥੇ ਜਿਹੜਾ ਸੁਝਾਅ ਬਣਦਾ ਹੈ ਕਿ ਇਹਨਾਂ ਵਰਗਾਂ ਨੂੰ ਕਰਜ਼ੇ ਅਤੇ ਘੋਰ ਗਰੀਬੀ ਤੋਂ ਮੁਕਤ ਕਰਨਾ ਪਊਗਾ। ਜੇ ਕਰਜ਼ੇ ਅਤੇ ਘੋਰ ਗਰੀਬੀ ਤੋਂ ਮੁਕਤ ਕਰਨਾ ਹੈ, ਕਿਸਾਨਾਂ ਦੇ ਸੰਬੰਧ ਦੇ ਵਿੱਚ ਇਹ ਨੀਤੀਆਂ ਹੋਰ ਹੋਣਗੀਆਂ, ਖੇਤ ਮਜ਼ਦੂਰਾਂ ਦੇ ਪੇਂਡੂ ਕਾਰੀਗਰਾਂ ਦੇ ਸੰਬੰਧ 'ਚ ਨੀਤੀਆਂ ਹੋਰ ਹੋਣਗੀਆਂ। ਜਿਹੜੇ ਕਿਸਾਨ ਨੇ ਉਹਨਾਂ ਲਈ ਕਿਸਾਨੀ ਤੋਂ ਆਮਦਨ ਨੂੰ ਇੰਨਾ ਕਰ ਦਿੱਤਾ ਜਾਵੇ ਜਿਹਦੇ ਨਾਲ ਜਿਹੜਾ ਹੈਗਾ ਉਹ ਕਰਜ਼ੇ ਅਤੇ ਘੋਰ ਗਰੀਬੀ ਕਰਕੇ ਖੁਦਕਸ਼ੀਆਂ ਨਾ ਕਰਨ। ਪਰ ਜਿਹੜੇ ਖੇਤ ਮਜ਼ਦੂਰ ਤੇ ਪਿੰਡ ਛੋਟੇ ਕਾਰੀਗਰ ਨੇ ਉਹ ਜ਼ਮੀਨ ਵੀ ਹੋਣੇ ਨੇ ਤੇ ਖੇਤੀਬਾੜੀ ਦਾ ਹਿੱਸਾ ਨੇ, ਕਿਸਾਨੀ ਦਾ ਹਿੱਸਾ ਨੇ। ਉਹਨਾਂ ਦਾ ਹੱਲ ਤੁਸੀਂ ਕੀ ਸਮਝਦੇ ਹੋ? ਇੱਕ ਮੁਸ਼ਤ ਕਰਜ਼ਾ ਮਾਫੀ? ਨਹੀਂ, ਜਿਹੜੇ ਇੱਕ ਮੁਸ਼ਤ ਜਿਹੜੀ ਕਰਜ਼ਾ ਮਾਫੀ ਦੀ ਗੱਲ ਹੈ, ਉਹ ਤਾਂ ਇੱਕ ਹੱਲ ਹੈ। ਪੱਕਾ ਹੱਲ ਤਾਂ ਇਹ ਹੈਗਾ ਕਿ ਉਹਨਾਂ ਨੂੰ ਜ਼ਮੀਨੀ ਸੁਧਾਰ ਵੀ ਲਾਗੂ ਕਰਨੇ ਪੈਣਗੇ ਉੱਥੇ। ਤੇ ਜੇ ਉਹਨਾਂ ਨੂੰ ਸ਼ੁਰੂ ਕਰੀਏ ਅਸੀਂ, ਜਿਵੇਂ ਪੰਚਾਇਤ 'ਚ ਪੰਚਾਇਤੀ ਜ਼ਮੀਨਾਂ ਨੇ 1/3 ਸ਼ਡਿਊਲਡ ਕਾਸਟ ਲਈ ਉਹ ਹੈਗੀਆਂ, ਪਰ ਉੱਥੇ ਡੰਮੀ ਬੋਲੀਆਂ ਹੋ ਕੇ ਪਿੰਡ ਦੇ ਆਮ ਤੌਰ 'ਤੇ ਕਿਸਾਨ ਲੈ ਜਾਂਦੇ ਨੇ। ਪੇਂਡੂ ਕਾਰੀਗਰਾਂ ਲਈ ਇਹੋ ਜਿਹੀ ਕੋਈ ਪ੍ਰੋਵੀਜ਼ਨ ਹੀ ਨਹੀਂ। ਕਿਉਂ? ਉਹਨਾਂ ਪਿੰਡ ਦੀਆਂ ਪੰਚਾਇਤੀ ਜ਼ਮੀਨਾਂ ਦਾ ਪਰਪਸ ਹੁੰਦਾ ਵੈਲਫੇਅਰ ਆਫ ਦਾ ਵੀਕਰ ਸੈਕਸ਼ਨ। ਜੇ ਵੈਲਫੇਅਰ ਆਫ ਦਾ ਵੀਕਰ ਸੈਕਸ਼ਨ ਦਾ, ਕਿਉਂ ਨਾ ਉਹ ਜ਼ਮੀਨ ਹੀ ਉਹਨਾਂ ਨੂੰ 1/3 ਜਿਹੜੀ ਬਿਨਾਂ ਕਿਸੇ ਰੈਂਟ ਦੇ ਦਿੱਤੀ ਜਾਵੇ। ਹਾਲਾਂਕਿ ਹੁਣ ਜਿਹੜਾ ਹੈਗਾ ਉਹ ਆਮ ਰੈਂਟ ਨਾਲੋਂ ਘੱਟ ਰੈਂਟ ਹੈ ਜਿੱਥੇ ਉਹ ਲੈਂਦੇ ਨੇ, ਜਾਂ ਉਹਨਾਂ ਲੈਣ 'ਚ ਕਾਮਯਾਬ ਹੋਏ। ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਉਹ ਉਹਦੀਆਂ ਐਫਰਟਸ ਕਰਕੇ ਹੋ ਰਿਹਾ ਹੈਗਾ। ਤੇ ਜਿਹੜੀ 1/3 ਜ਼ਮੀਨ ਹੈ ਉਹ ਜਿਹੜੇ ਇਹ ਔਰਤਾਂ ਨੂੰ ਦੇ ਦਿੱਤੀ ਜਾਵੇ, ਜਿਹੜੀਆਂ ਇੱਧਰੋਂ ਖੇਤੀਬਾੜੀ ਨਾਲ ਸੰਬੰਧਿਤ ਖੇਤ ਮਜ਼ਦੂਰਾਂ ਦੇ ਪਿੰਡੂ ਘਰੇ, ਉਹਨਾਂ ਤੋਂ ਵੀ ਉਹ ਆਪਦੀਆਂ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ, ਜਿਵੇਂ ਕੇਰਲਾ 'ਚ 68,000 ਤੋਂ ਉੱਪਰ ਇਸ ਤਰ੍ਹਾਂ ਦੀ ਸੁਸਾਇਟੀ 'ਚ ਕਾਮਯਾਬੀ ਨਾਲ ਚੱਲ ਰਹੇ ਹਨ, ਜਿਨ੍ਹਾਂ ਦਾ ਉਤਪਾਦਨ 1.9 ਗੁਣਾ ਤੇ ਉਹਦਾ ਨੈਟ ਇਕਨੋਮਿਕ ਪ੍ਰੋਫਿਟ 5 ਟਾਈਮਸ ਹੈਗਾ। ਜਿਹੜੀ ਬਾਕੀ 1/3 ਜ਼ਮੀਨ ਬਣਦੀ ਹੈ, ਮੁੜ ਕੇ ਆਪਾਂ ਸਮਾਲ ਐਂਡ ਮਾਰਜਨ ਫਾਰਮਰ ਵਿੱਚੋਂ ਜਿਹੜੇ ਕੱਢੇ ਹੋਏ ਲੈਂਡਲੈਸ ਫਾਰਮਰ ਦਾ ਉਧਰ ਨੂੰ ਲੈ ਜਾਈਏ। ਇਹ ਤਾਂ ਜ਼ਮੀਨੀ ਸੁਧਾਰ ਹੈ। ਜ਼ਮੀਨੀ ਸੁਧਾਰਾਂ ਦੇ ਨਾਲ ਤਾਂ ਇਹ ਹੈ ਕਿ ਸਰਕਾਰੀ ਨੀਤੀਆਂ ਜਿਹੜੀਆਂ ਹੈਗੀਆਂ, ਚਾਹੇ ਉਹ ਆਰਥਿਕ ਨੀਤੀਆਂ ਨੇ ਚਾਹੇ ਖੇਤੀਬਾੜੀ ਨੀਤੀਆਂ ਨੇ, ਇਹਨਾਂ ਵਰਗਾਂ ਦੇ ਹੱਕ 'ਚ ਅਪਣਾਉਣੀਆਂ ਪੈਣਗੀਆਂ, ਜਿਹਦੇ ਨਾਲ ਇਹ ਕਰਜ਼ੇ ਤੇ ਗਰੀਬੀ 'ਚੋਂ ਨਿਕਲਣ ਤੇ ਖੁਦਕਸ਼ੀਆਂ ਤੋਂ ਬਾਹਰ ਜਾਣ। ਪਰ ਇੱਕ ਸਿਰਫ ਹੋਰ ਸੁਝਾਅ, ਬੋਲੋ, ਜਿਹੜੀਆਂ ਇਹਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਸੁਨੇਹਾ ਦੇਣਾ ਪਊਗਾ ਕਿ ਖੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਸ਼ਾਂਤਮਈ ਅਤੇ ਲੋਕਤੰਤਰਿਕ ਢੰਗ ਨਾਲ ਕੀਤੇ ਹੋਏ ਸੰਘਰਸ਼ ਹੀ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਨੂੰ ਹੱਲ ਕਰਨ ਲਈ ਪਤਾਰਾ ਕਰਦੇ। ਡਾਕਟਰ ਗਿਆਨ ਸਿੰਘ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਸਮਾਜਿਕ ਤਾਣੇ ਬਾਣੇ ਦੀ ਤੁਸੀਂ ਗੱਲ ਕੀਤੀ ਹੈ। ਮੇਰਾ ਸਵਾਲ ਹੈ ਕਿ ਜਿਹੜਾ ਕਿਸਾਨ ਸੰਘਰਸ਼ ਹੈ ਇੰਨਾ ਲੰਬਾ ਚੱਲਿਆ, ਆਜ਼ਾਦੀ ਤੋਂ ਬਾਅਦ ਜਿਹੜਾ ਇਤਿਹਾਸ ਦੇ ਵਿੱਚ ਵੱਡਾ ਨਾਮ ਲਿਖਿਆ ਜਾਊਗਾ ਇਸ ਸੰਘਰਸ਼ ਦਾ, ਉਹਦੇ ਨਾਲ ਜਿਹੜਾ ਇਹ ਪਾੜਾ ਹੈ ਆਪਸੀ ਹੈ, ਜਿਹੜਾ ਸਮਾਜਿਕ ਤਾਣੇ ਬਾਣੇ ਵਾਲਾ ਹੋਰ ਵਾਲਾ, ਉਹ ਸਾਰਾ ਕੋਈ ਉਹਦਾ ਫਰਕ ਪਊਗਾ ਉਹਦੇ ਵਿੱਚ? ਇਹ KP ਸਿੰਘ ਜੀ ਦੇਖੋ, ਜਿਹੜਾ ਸਾਰਾ ਇਹ ਸਮਾਜਿਕ ਹੰਗਾਰਾ ਆਇਆ, ਇਹ ਇੱਕਦਮ ਇਹਦੇ ਨਾਲ ਖਤਮ ਹੋਣਾ ਉਹ ਮੈਨੂੰ ਦਿਖਾਈ ਨਹੀਂ ਦਿੰਦਾ। ਘਟਿਆ ਹੈਗਾ, ਘਟੂਗਾ, ਪਰ ਕਿਉਂ ਨਹੀਂ ਦਿੰਦਾ? ਕਿਉਂਕਿ ਜਿਹੜੀ ਸਾਡੀ ਕਿਸਾਨੀ ਹੈ, ਪਹਿਲਾਂ ਸਾਡੇ ਫਿਊਡਲ ਲੈਂਡ ਆਰਡਰ ਸਿਸਟਮ ਸੀ, ਹੈ ਨਾ, ਤੇ ਉਹ ਤਾਂ ਖਤਮ ਹੋ ਗਿਆ ਤਕਰੀਬਨ। ਇਹ ਕਾਨੂੰਨ ਨੇ ਖਤਮ ਕਰਤਾ।
ਪਰ ਜਿਹੜੀ ਫਿਊਡਲ ਸੋਚ ਆ ਉਹ ਤਾਂ ਹਾਲੇ ਵੀ ਹੈਗੀ, ਜ਼ਗੀਰਦਾਰੀ ਸੋਚ ਤਾਂ ਹੈਗੀ। ਜ਼ਗੀਰਦਾਰੀ ਸੋਚ ਨੂੰ ਨੱਥ ਪਾਉਣ ਲਈ ਵੱਡਾ ਰੋਲ ਹੋਊਗਾ ਕਿਸਾਨ ਜਥੇਬੰਦੀਆਂ ਦਾ, ਕਿ ਉਹ ਜਿਹੜੇ ਥੱਲੇ ਵਾਲੇ ਵਰਗ ਨੇ, ਭਾਵੇਂ ਸੰਭਾਲਣ ਮਾਰਜਨ ਫਾਰਮਰਸ ਨੇ, ਭਾਵੇਂ ਐਗਰੀਕਲਚਰ ਲੇਬਰ ਨੇ ਜਾਂ ਰੂਰਲ ਆਰਟੀਜ਼ਨ ਨੇ, ਇਹ ਉਹਨਾਂ ਨਾਲ ਬੰਦਿਆਂ ਵਾਲਾ ਵਿਹਾਰ ਕਰਨ, ਸਮਾਜਿਕ ਪਾੜਾ ਘਟਾਉਣ ਤੇ ਸਮਾਜਿਕ ਸੰਬੰਧਾਂ ਨੂੰ ਇੰਨੇ ਨਿੱਘੇ ਬਣਾਉਣ ਜਿੰਨੇ ਕਿ ਉਹਨਾਂ ਵਰਗਾਂ ਨੇ ਇਸ ਸੰਘਰਸ਼ ਦੇ ਵਿੱਚ ਆਪਦਾ ਯੋਗਦਾਨ ਪਾਇਆ, ਤਾਂ ਜਾ ਕੇ ਗੱਲ ਬਣਨੀ ਹੈ। ਤੁਹਾਨੂੰ ਹਜੇ ਵੀ ਲੱਗਦਾ ਕਿ ਉਹ ਵਰਗ ਆ ਜਿਹੜਾ ਉਸ ਨੂੰ ਪਾਸੇ ਰੱਖਿਆ ਜਾਂਦਾ ਹੈ? ਹਜੇ ਵੀ ਲੱਗਦਾ? ਦੇਖੋ, ਜਿਹੜਾ ਆਹ ਸੰਘਰਸ਼ ਹੈ ਇਹਦੇ ਨਾਲ ਜਿਹੜੇ ਪਹਿਲੇ ਪਾੜੇ ਨੇ ਉਹ ਘਟੇ ਨੇ, ਘਟਿਆ ਨਾ, ਘਟੇ ਆ, ਪਰ ਇੰਨੇ ਨਹੀਂ ਘਟੇ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਕਿ ਸਾਰਾ ਕੁਝ ਠੀਕ ਹੋ ਗਿਆ। ਉਹਨਾਂ ਨੂੰ ਘਟਾਉਣ ਲਈ ਸਾਨੂੰ ਲਗਾਤਾਰਤਾ ਦੇ ਵਿੱਚ ਵੱਡੇ ਜਿਹੜਾ ਮਤਲਬ ਸਾਡਾ ਕਿਸਾਨੀ ਵਰਗ ਹੈ ਉਹਨੂੰ ਵੱਡੇ ਲੈਵਲ ਤੇ ਐਫਰਟਸ ਕਰਨੀਆਂ ਪੈਣਗੀਆਂ। ਡਾਕਟਰ ਗਿਆਨ ਸਿੰਘ, ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ ਹੈ ਕਿ ਸਾਨੂੰ ਵੱਡੇ ਪੱਧਰ ਤੇ ਐਫਰਟਸ ਕਰਨੀਆਂ ਪੈਣਗੀਆਂ। ਕਿ ਇਹਨਾਂ ਖੇਤੀ ਕਾਨੂੰਨਾਂ ਦੇ ਨਾਲ ਜੇ ਇਹ ਰੱਦ ਹੋ ਜਾਂਦੇ ਆ, ਇਹਨਾਂ ਖੇਤੀ ਕਾਨੂੰਨ ਰੱਦ ਹੋਣ ਦੇ ਨਾਲ ਕਾਰਪੋਰੇਟਸ ਦੀ ਐਂਟਰੀ ਆ ਘਟ ਜੂਗੀ, ਤੁਹਾਨੂੰ ਲੱਗਦਾ? ਦੇਖੋ, ਜੇ ਇਹ ਕਾਨੂੰਨ ਰੱਦ ਹੋ, ਇਹ ਤਾਂ ਜੇ ਨਹੀਂ, ਇਹ ਤਾਂ ਹੋ ਜਾਣਗੇ, ਕਿਉਂਕਿ ਪ੍ਰਾਈਮ ਮਿਨਿਸਟਰ ਦੀ ਪਬਲਿਕਲੀ ਦਿੱਤੀ ਹੋਈ ਸਟੇਟਮੈਂਟ ਉਹ ਨਹੀਂ ਹੈਗਾ, ਉਹਦਾ ਲੱਗਦਾ ਵੀ ਇਹ ਤਾਂ ਹੋ ਗਏ, ਉਹ ਨਹੀਂ ਰੌਲਾ। ਤੇ ਇਹਦੇ ਨਾਲ ਜਿਹੜੀ ਕਾਰਪੋਰੇਟਸ ਦੀ ਐਂਟਰੀ ਹੈ, ਇਹ ਜਿਸ ਤਰ੍ਹਾਂ ਪਹਿਲਾਂ ਕਾਨੂੰਨ ਇੰਪਲੀਮੈਂਟ ਹੋਣ ਨਾ ਹੋਣੀ ਸੀ ਉਸ ਤਰ੍ਹਾਂ ਨਹੀਂ ਹੋਊਗੀ, ਉਹਦਾ ਰੁਕ ਜੂਗੀ। ਕਿਉਂਕਿ ਜਦ ਤੱਕ ਮੰਡੀਆਂ ਨੂੰ ਖਤਮ ਕਰਨ ਦੀ ਗੱਲ ਸੀ, ਤੇ ਜਿਹੜਾ ਹੈਗਾ ਮੰਡੀਆਂ ਦੇ ਖਤਮ ਹੋਣ ਨਾਲ ਸਿੱਧਾ ਹੀ ਪ੍ਰਾਈਵੇਟ ਮੰਡੀਆਂ ਦੇ ਆਉਣ ਦੀ ਗੱਲ ਸੀ, ਤੇ ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡੂ ਕਾਰੀਗਰਾਂ ਦੇ ਵੱਡੇ ਉਜਾੜੇ ਦੀ ਗੱਲ ਸੀ। ਉਹ ਇੱਕ ਲੈਵਲ ਤੇ ਰੁਕੂਗੀ, ਪਰ ਜਿਹੜਾ ਇਹ ਰੋਕਣਾ ਕਾਰਪੋਰੇਸ਼ਨਾਂ ਨੂੰ, ਇਹ ਤਾਂ ਦੇਸ਼ ਦੇ ਇਕਨੋਮਿਕ ਮਾਡਲ ਨੇ ਰੋਕਣਾ, ਸਾਡੇ ਦੇਸ਼ ਦੀਆਂ ਸਰਕਾਰਾਂ ਦੀਆਂ ਇਕਨੋਮਿਕ ਪਾਲਿਸੀਆਂ ਰੋਕਣਾ। ਤੁਹਾਨੂੰ ਲੱਗਦਾ ਹੈ ਸਰਕਾਰ ਕਾਰਪੋਰੇਟਸ ਨੂੰ ਰੋਕ ਪਾਊਗੀ? ਦੇਖੋ, ਸਰਕਾਰ ਜੇ ਰੋਕਣਾ ਚਾਹੇ ਉਹ ਕੁਝ ਵੀ ਕਰ ਸਕਦੀ ਹੈ, ਪਰ ਸਰਕਾਰਾਂ ਦੀ ਜਿਹੜੀ ਹੈਗੀ ਇਹ ਬਿੱਲ ਪਾਵਰ, ਉਹਨਾਂ ਦੀ ਪੋਲੀਟੀਕਲ ਬਿੱਲ ਪਾਵਰ, ਅਤੇ ਉਹਨਾਂ ਨੂੰ ਚਲਾਉਣ ਵਾਲੇ ਕੌਣ ਨੇ, ਉਹਦੇ ਡਿਪੈਂਡ ਕਰੂਗਾ ਕਿ ਉਹ ਕਿਹਦੇ ਲਈ ਕੰਮ ਕਰ। ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਊਂਗਾ। ਡਾਕਟਰ ਗਿਆਨ ਸਿੰਘ ਬਹੁਤ ਸਿੱਧੀਆਂ ਗੱਲਾਂ ਲਈ ਜਾਣੇ ਜਾਂਦੇ ਆ, ਬੜਾ ਬੇਬਾਕ ਬੋਲਦੇ ਆ। ਇਹ ਕਹਿੰਦੇ ਵਿਲ ਪਾਵਰ ਤੇ ਡਿਪੈਂਡ ਕਰਦਾ। ਵਿਲ ਪਾਵਰ ਕਿੰਨੀ ਸਟਰੋਂਗ ਹੈਗੀ ਹੈ? ਜਦੋਂ ਕਾਰਪੋਰੇਟਸ ਬਾਰੇ ਇਹ ਕਿਹਾ ਜਾਂਦਾ ਕਿ ਇਹ ਸਰਕਾਰਾਂ ਡਿਸਾਈਡ ਕਰਦੇ ਆ, ਜਦੋਂ ਇਲੈਕਸ਼ਨ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਆ, ਉਦੋਂ ਇਹ ਸਵਾਲ ਕਿੱਥੇ ਖੜ੍ਹਦਾ? ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਗਿਆਨ ਸਿੰਘ, ਮੇਰਾ ਪਹਿਲਾ ਸਵਾਲ ਹੈ ਇਸ ਹਿੱਸੇ ਦਾ ਕਿ ਮਿਸਟਰ ਮੋਦੀ ਨੇ ਹੁਣ ਤੱਕ ਜਿਹੜੇ ਫੈਸਲੇ ਲਏ ਆ ਉਸ ਤੋਂ ਪਿੱਛੇ ਨਹੀਂ ਹਟੇਗੇ। ਤੁਹਾਨੂੰ ਲੱਗਦਾ ਕਿ ਇਸ ਫੈਸਲੇ ਤੋਂ ਪਿੱਛੇ ਹਟਣ ਤੋਂ ਬਾਅਦ ਉਹ ਪੂਰੀ ਤਿਆਰੀ ਨਾਲ ਆਉਣ ਦੀ ਕੋਸ਼ਿਸ਼ ਕਰਨਗੇ ਇਸ ਤੋਂ ਬਾਅਦ, ਤੇ ਕਿ ਨਹੀਂ ਲੱਗਦਾ? ਨਹੀਂ, ਮੈਨੂੰ ਤਾਂ ਇਹ ਲੱਗਦਾ ਹੈ ਕਿ ਹੁਣ ਅੱਗੇ ਨੂੰ ਇਹ ਇਕੱਲੀ ਗੱਲ ਨਰਿੰਦਰ ਮੋਦੀ ਉਹਨਾਂ ਦੀ ਨਹੀਂ, ਸਾਰੀਆਂ ਸਰਕਾਰਾਂ ਹੀ ਸੋਚ ਸਮਝ ਕੇ ਫੈਸਲੇ ਲੈਣਗੀਆਂ। ਕਿ ਫੈਸਲਾ ਲੈ ਕੇ ਪਿੱਛੇ ਹਟਣ ਨਾਲ ਜਿੰਨੀ ਔਖਿਆਈ ਮਹਿਸੂਸ ਹੁੰਦੀ ਹੈ, ਉਦੋਂ ਪਹਿਲਾਂ ਸੋਚ ਸਮਝ ਕੇ ਲਏ ਹੋਏ ਫੈਸਲੇ ਜ਼ਿਆਦਾ ਵਧੀਆ ਹੁੰਦੇ ਆ। ਕਿ ਜਿਹੜੀ ਇੱਕ ਦੁਨੀਆ ਦੀ ਅਟੱਲ ਸੱਚਾਈ ਹੈ, ਜਿਹਨੂੰ ਕੋਵਿਡ-19 ਨੇ ਸਿੱਧ ਕਰਤਾ ਕਿ ਸਾਡਾ ਕਾਰਾਂ, ਕੋਠੀਆਂ, ਹਵਾਈ ਜਹਾਜ਼ਾਂ, ਫੋਨਾਂ ਤੇ ਉਹ ਹੋਰ ਬਲਾਸਤਾਂ ਚੀਜ਼ਾਂ ਬਿਨਾਂ ਸਰਜੂ, ਸਾਡਾ ਰੋਟੀ ਬਿਨਾਂ ਨਹੀਂ ਸਰਨਾ। ਰੋਟੀ ਸਾਨੂੰ ਖੇਤੀਬਾੜੀ ਸੈਕਟਰ ਨੇ ਦੇਣੀ ਹੈ। ਇਹ 2011 ਦੀ ਯੂਨਾਈਟਿਡ ਨੇਸ਼ਨ ਦੀ ਇੱਕ ਰਿਪੋਰਟ ਹੈ, ਜਿਹੜੀ ਚਿੱਟੇ ਦਿਨ ਵਾਂਗ ਜੀ ਨੇ ਸਪਸ਼ਟ ਕੀਤਾ ਕਿ ਜੇ ਸਾਰੀ ਦੁਨੀਆ ਨੂੰ ਅਨਾਜ ਸੁਰੱਖਿਆ ਦੇਣੀ ਹੈ ਤੇ ਦੁਨੀਆ ਦਾ ਵਾਤਾਵਰਨ ਬਚਾਉਣਾ ਹੈ, ਤਾਂ ਸਾਨੂੰ ਪਰਿਵਾਰਕ ਖੇਤੀ ਵੱਲ ਆਉਣਾ ਪਊਗਾ। ਜੇ ਉਹ ਗੱਲ ਹੈਗੀ ਤਾਂ ਸਰਕਾਰਾਂ ਨੂੰ ਜਿਹੜਾ ਹੈਗਾ ਇੱਧਰ ਦੇਖਣਾ ਪਊਗਾ ਕਿ ਕਾਰਪੋਰੇਸ਼ਨਾਂ ਜਾਂ ਕਾਰਪੋਰੇਟ ਦੀ ਐਂਟਰੀ ਨੂੰ ਕਿਵੇਂ ਰਿਸਟ੍ਰਿਕਟ ਕਰਨਾ ਜਾਂ ਕਿੱਥੇ ਬੰਦ ਕਰਨਾ ਹੈ। ਚਲੋ, ਜੇ ਇਹ ਸਰਕਾਰਾਂ ਇਹ ਸਭ ਕੁਝ ਕਰਦੀਆਂ, ਕਿਸਾਨਾਂ ਨੂੰ ਆਪਦੇ ਪੱਧਰ ਤੇ ਕੀ ਕਰਨਾ ਚਾਹੀਦਾ? ਕਿਉਂਕਿ ਕਿਸਾਨ ਜਥੇਬੰਦੀਆਂ ਬਾਰੇ ਹੁਣ ਲਗਾਤਾਰ ਚਰਚਾ ਚੱਲ ਰਹੀ ਹੈ, ਇਹਨਾਂ ਨੂੰ ਸਿਆਸਤ 'ਚ ਆ ਜਾਣਾ ਚਾਹੀਦਾ, ਇਹਨਾਂ ਦਾ ਇੱਕ ਚੀਫ ਮਿਨਿਸਟਰ ਫੇਸ ਹੋਵੇ, ਪਰ ਖੇਤੀਬਾੜੀ ਬਾਰੇ ਕੋਈ ਗੱਲ ਨਹੀਂ ਕਰਦਾ ਪਿਆ ਵੀ ਕਿਸਾਨ ਆਗੂਆਂ ਨੂੰ ਖੇਤੀਬਾੜੀ ਬਾਰੇ ਕੀ ਕਰਨਾ ਚਾਹੀਦਾ, ਆਪਦੇ ਪੱਧਰ ਤੇ ਕੀ ਸੋਚਣਾ ਚਾਹੀਦਾ? ਦੇਖੋ, ਮੈਨੂੰ ਇਹ ਗੱਲ ਲੱਗਦੀ ਹੈ ਕਿ ਜਿੱਥੇ ਸਰਕਾਰ ਦੇ ਬਾਰੇ ਮੈਂ ਜਾਂ ਹੋਰ ਲੋਕ ਬਹੁਤ ਕਹਿ ਰਹੇ ਨੇ ਇਕਨੋਮਿਕ ਮਾਡਲ ਚੇਂਜ ਕਰਨਾ ਚਾਹੀਦਾ ਹੈ, ਨਾਲ ਉਹਨਾਂ ਨੂੰ ਜਿਹੜਾ ਹੈਗਾ ਖੇਤੀਬਾੜੀ ਨੀਤੀਆਂ ਬਦਲਣੀਆਂ ਚਾਹੀਦੀਆਂ ਨੇ, ਉਹਦੇ ਨਾਲ ਕਿਸਾਨਾਂ ਦਾ ਵੀ ਆਪਣੇ ਲੈਵਲ ਤੇ ਇੱਕ ਵੱਡਾ ਉਦਮ ਕਰਨ ਵਾਲਾ ਹੈਗਾ। ਉਹ ਹੈ ਕਿ ਰਲ ਮਿਲ ਬੈਠਣਾ, ਆਪਦੀਆਂ ਸਮੱਸਿਆਵਾਂ ਨੂੰ ਵਿਚਾਰਨਾ ਅਤੇ ਉਹਨੂੰ ਮੀਡੀਆ ਤੱਕ ਲਿਜਾਣਾ, ਤੇ ਆਪਦੇ ਜਿਹੜੇ ਰਾਜਸੀ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਾਉਣਾ। ਸਾਡਾ ਮੀਡੀਆ ਖੇਤੀ ਦੀ ਗੱਲ ਕਰਦਾ? ਸਰ ਸੌਰੀ ਮੈਂ ਟੋਕ ਰਿਹਾ ਤੁਹਾਨੂੰ, ਸਾਡਾ ਮੀਡੀਆ ਖੇਤੀ ਦੀ ਗੱਲ ਕਰਦਾ, ਐਗਰੀਕਲਚਰ ਦੀ ਗੱਲ ਕਰਦਾ? ਜੇ ਮੈਂ ਬਿਲਕੁਲ ਇਹ ਸਟੇਟਮੈਂਟ ਇਹ ਦੇਦਾ ਕਿ ਬਿਲਕੁਲ ਨਹੀਂ ਕਰਦਾ ਤਾਂ ਮੇਰੀ ਸੋਚ ਤੇ ਭਾਰੂ ਪਊਗਾ। ਕੁਝ ਮੀਡੀਆ ਹੈਗਾ ਜਿਹੜਾ ਕਰਦਾ ਹੈ, ਜ਼ਿਆਦਾ ਮੀਡੀਆ ਤਾਂ ਕੁਝ ਹੋਰ ਕਰਦਾ ਹੈਗਾ, ਪਰ ਕੁਝ ਮੀਡੀਆ ਹੈਗਾ ਜਿਹੜਾ ਸਾਰੀਆਂ ਗੱਲਾਂ ਨੂੰ ਜਿਉਂਦਾ ਰੱਖਦਾ ਹੈਗਾ। ਤੇ ਜੇ ਮੈਂ ਉਹ ਤੁਹਾਡੇ ਸਵਾਲ ਦਾ ਜਵਾਬ ਦੇਵਾਂ, ਮੈਨੂੰ ਲੱਗਦਾ ਕਿਸਾਨਾਂ ਦੇ ਆਪਦੇ ਲੈਵਲ ਤੇ ਕਰਨ ਵਾਲੀਆਂ ਗੱਲਾਂ, ਪਹਿਲੀ ਗੱਲ ਮੈਂ 3 ਵਰਗਾਂ ਦੀ ਗੱਲ ਕੀਤੀ ਹੈ। ਕਿਸਾਨ, ਖੇਤ ਮਜ਼ਦੂਰ ਦੇ ਪਿੰਡ ਛੋਟੇ ਕਾਰੋਬਾਰ, ਆਮ ਤੌਰ ਤੇ ਜਿਹੜੇ ਖੇਤ ਮਜ਼ਦੂਰ ਦੇ ਪਿੰਡ ਛੋਟੇ ਕਾਰੋਬਾਰ ਜ਼ਮੀਨ ਵੀ ਹੋਣੇ ਹੈਗੇ, ਉਹਨਾਂ ਨਾਲ ਵਰਤਾਅ ਹਰ ਪੱਧਰ ਤੇ ਇਹਨਾਂ ਨੂੰ ਬਦਲਣਾ ਪਊਗਾ। ਤੇ ਦੂਜਾ ਕਿਸਾਨਾਂ ਦੇ ਲੈਵਲ ਤੇ ਕਰਨ ਵਾਲਾ ਵੱਡਾ ਉਦਮ ਜਿਹੜਾ ਹੈਗਾ ਉਹ ਇਹ ਹੈ
ਕਿ ਸਾਨੂੰ ਸਹਿਕਾਰੀ ਖੇਤੀਬਾੜੀ ਵੱਲ ਆਉਣਾ ਪਊਗਾ। ਜਿਸ ਤਰ੍ਹਾਂ ਮੈਂ ਪੰਚਾਇਤੀ ਜ਼ਮੀਨਾਂ ਦੀ ਗੱਲ ਦੱਸੀ ਹੈ, ਪੰਚਾਇਤੀ ਜ਼ਮੀਨਾਂ ਦੇ ਨਾਲ ਨਾਲ ਸਾਡੇ ਕੋਲ ਧਾਰਮਿਕ ਅਦਾਰਿਆਂ ਦੀਆਂ ਜ਼ਮੀਨਾਂ ਵੀ ਨੇ। ਧਰਮ ਤਾਂ ਇਹ ਕਹਿੰਦਾ ਹੈ, ਜੇ ਸਿੱਖ ਧਰਮ ਦੀ ਗੱਲ ਕਰਾਂ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜੇ ਸਾਡੇ ਧਾਰਮਿਕ ਅਦਾਰਿਆਂ ਦੀਆਂ ਜ਼ਮੀਨਾਂ ਨੇ ਉਹ ਠੇਕੇ ਤੇ ਕਿਉਂ ਚੜ੍ਹਨ? ਕਿਉਂ ਨਾ ਜਿਹੜੇ ਸਾਡੇ ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰ ਹੈ ਉਹਨੇ ਕੋਆਪਰੇਟਿਵ ਐਗਰੀਕਲਚਰ ਸੁਸਾਇਟੀਜ਼ ਬਣਾ ਕੇ ਦਿੱਤੇ ਜਾਣ। ਅਤੇ ਜਿਹੜੇ ਕਿਸਾਨ ਵੀ ਨੇ, ਜਿੱਥੇ ਓਵਰ ਕੈਪੀਟਲਾਈਜੇਸ਼ਨ ਹੋ ਰਹੀ ਹੈ, ਸਰਕਾਰ ਦੀਆਂ ਨੀਤੀਆਂ ਨਾਲ ਅਸੀਂ ਆਪਦੇ ਲੈਵਲ ਤੇ ਵੀ ਕਿਸੇ ਹੱਦ ਤੱਕ ਕਰਜ਼ਾਈ ਹੋ ਰਿਹਾ, ਉਹਨੂੰ ਰੋਕਣ ਲਈ ਸਾਨੂੰ ਕੋਆਪਰੇਟਿਵ ਮੂਵਮੈਂਟ ਨੂੰ ਅਪਣਾਉਣਾ ਪਊਗਾ। ਉਹ ਕੋਆਪਰੇਟਿਵ ਫਾਰਮਿੰਗ ਹੋ ਸਕਦੀ ਹੈ, ਕੋਆਪਰੇਟਿਵ ਸੁਸਾਇਟੀਜ਼ ਹੋ ਸਕਦੀਆਂ, ਕੋਆਪਰੇਟਿਵ ਸਰਵਿਸ ਸੁਸਾਇਟੀਜ਼ ਹੋ ਸਕਦੀਆਂ, ਉੱਧਰ ਆਉਣਾ ਪਊਗਾ। ਉਹਦੇ ਨਾਲ ਕਾਫੀ ਸਮੱਸਿਆਵਾਂ ਸਾਡੀਆਂ ਹੱਲ ਹੋ ਸਕਦੀਆਂ। ਚਲੋ ਠੀਕ ਹੈ, ਤੁਸੀਂ ਕਿਸਾਨਾਂ ਨੂੰ ਦੱਸਤਾ ਵੀ ਕਿਸਾਨਾਂ ਆਪਦੇ ਪੱਧਰ ਤੇ ਕੀ ਕਰ ਸਕਦੇ। ਸਰਕਾਰਾਂ ਨੂੰ ਆਪਦੇ ਪੱਧਰ ਤੇ ਕੀ ਕਰਨਾ ਚਾਹੀਦਾ? ਪੰਜਾਬ ਇਹ ਖੇਤੀ ਪ੍ਰਧਾਨ ਸੂਬਾ ਹੈ, ਇਹਦੇ ਵਿੱਚ ਖੇਤੀ ਨੀਤੀ ਕੀ ਹੈਗੀ ਹੈ? ਹਰਿਆਣੇ ਵਿੱਚ ਖੇਤੀ ਨੀਤੀ ਕੀ ਹੈਗੀ ਹੈ? ਯੂਪੀ ਵਿੱਚ ਖੇਤੀ ਨੀਤੀ ਕੀ ਹੈਗੀ ਹੈ? ਕੇਰਲ ਵਿੱਚ ਕੀ ਖੇਤੀ ਨੀਤੀ ਹੈਗੀ ਹੈ? ਅਸੀਂ ਕਿੱਧਰ ਜਾ ਰਹੇ ਹਾਂ? ਸਵਾਲ ਤਾਂ ਇਹ ਦੇਖੋ, ਕੁੱਲ ਮਿਲਾ ਕੇ ਜਿਹੜਾ ਅੱਜ ਸਾਡਾ ਫੈਡਰਲ ਸਟਰਕਚਰ ਹੈ ਉਹਦੇ ਵਿੱਚ ਸੂਬਿਆਂ ਦੀ ਖੇਤੀ ਨੀਤੀ ਹੋ ਨਹੀਂ ਸਕਦੀ ਹੈਗੀ ਜੇ ਕਹੇ ਇੰਡੀਪੈਂਡੈਂਟ ਖੇਤੀ ਨੀਤੀ। ਕਿਉਂਕਿ ਜਿਹੜੀਆਂ ਮਿਨੀਮਮ ਸਪੋਰਟ ਪ੍ਰਾਈਸਿਸ ਹੈ ਜਿਸ ਤਰ੍ਹਾਂ ਦੀ ਵੀ ਹੈਗੀਆਂ, ਉਹਨਾਂ ਨੂੰ ਜਿਹੜਾ ਹੈਗਾ ਫਿਕਸ ਕਰਨਾ ਤੇ ਅਨਾਉਂਸ ਕਰਨਾ ਕੇਂਦਰ ਸਰਕਾਰ ਕੋਲ ਹੈ। ਜਿਹੜੇ ਮੇਨ ਇਨਪੁਟਸ ਨੇ, ਜਿਸ ਤਰ੍ਹਾਂ ਫਰਟੀਲਾਈਜ਼ਰ ਹੈਗਾ ਜਾਂ ਡੀਜ਼ਲ ਹੈਗਾ ਜਾਂ ਹੋਰ ਨੇ, ਉਹਨਾਂ ਦੀ ਪ੍ਰਾਈਸਿੰਗ ਪ੍ਰੋਸੈਸ ਜਾਂ ਉਹਨਾਂ ਨੂੰ ਮਾਰਕੀਟ ਦੇ ਹਵਾਲੇ ਕਰਨਾ, ਬੇਲਗਾਮ ਮੰਡੀ ਦੇ ਹਵਾਲੇ ਕਰਨਾ, ਉਹ ਕਿਹਦੇ ਕੋਲ ਹੈ? ਸੈਂਟਰ ਗੌਰਮੈਂਟ ਕੋਲ। ਜਿਹੜਾ ਇੰਸਟੀਟਿਊਸ਼ਨਲ ਫਾਈਨੈਂਸ ਹੈਗਾ, ਕੁੱਲ ਮਿਲਾ ਕੇ ਉਹ ਸੈਂਟਰਲ ਗੌਰਮੈਂਟ। ਜਿਹੜੀਆਂ ਐਗਰੀਕਲਚਰ ਇੰਪੋਰਟਸ ਸੋਰਸ ਨੇ ਉਹ ਸੈਂਟਰਲ ਗੌਰਮੈਂਟ ਕੋ। ਜਿਹੜੇ ਮੇਜਰ ਡਿਸੀਜਨ ਹੈ ਐਗਰੀਕਲਚਰ ਦੇ ਉਹ ਤਾਂ ਹੈਗੇ ਸੈਂਟਰਲ ਗੌਰਮੈਂਟ ਕੋ। ਪਰ ਇੱਕੋ ਇੱਕ ਕੰਮ ਹੈ ਜਿਹੜਾ ਉਹ ਹੈ ਲੈਂਡ ਰਿਫਾਰਮਸ, ਇਹ ਉਹ ਸਟੇਟ ਕੋਲ ਨੇ। ਇਸ ਲਈ ਕੇਂਦਰ ਸਰਕਾਰ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਬਣਦੀਆਂ ਨੇ ਤੇ ਜਿਹੜੀ ਸਟੇਟ ਸਰਕਾਰ ਆ ਉਹਦੀ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਆਪਣੀਆਂ ਖੇਤੀਬਾੜੀ ਨੀਤੀਆਂ ਇਸ ਤਰ੍ਹਾਂ ਦੇ ਬਣਾਉਣ ਜਿਹਦੇ ਨਾਲ ਅਸੀਂ ਜੇ ਕਾਰਪੋਰੇਸ਼ਨ ਦਿੰਦੇ ਹਾਂ ਤਾਂ ਕਾਰਪੋਰੇਸ਼ਨਾਂ ਨੇ ਸਾਡਾ ਰੋਟੀ ਦਾ ਇੰਤਜ਼ਾਮ ਨਹੀਂ ਕਰਨਾ, ਉਹਨਾਂ ਦੇ ਪ੍ਰੋਫਿਟ ਲਈ ਫਸਲਾਂ ਉਗਾਉਣੀਆਂ ਨੇ। ਫਸਲਾਂ ਜਿਹੜੀ ਹੈਗੀ ਰੋਟੀ ਲਈ ਉਗਣ, ਲੋਕਾਂ ਦੇ ਜਿਉਂਦੇ ਰਹਿਣ ਲਈ ਉਗਣ, ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਛੋਟੀ ਕਿਸਾਨੀ, ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰਾਂ ਨੂੰ ਜਿਉਂਦੇ ਜਾਗਦੇ ਬੰਦਿਆਂ ਦੇ ਤੌਰ ਤੇ ਰੱਖੀਏ। ਇੱਕ ਬੜੀ ਹੋਰ ਪੋਲਿਟਿਕਸ ਹੋ ਰਹੀ ਹੈ ਡਾਕਟਰ ਗਿਆਨ ਸਿੰਘ, ਤੁਸੀਂ ਵੀ ਉਸ ਪੋਲਿਟਿਕਸ ਤੋਂ ਵਾਕਫ ਹੋ, ਜਿਹੜੀ ਇਹ ਕਹਿੰਦੀ ਹੈ ਕਿ ਸਟੇਟ MSP ਦੇਣ ਆਪਦੇ ਪੱਧਰ ਤੇ। ਸਟੇਟ ਕਰ ਸਕਦੀ ਹੈ ਤੇ ਜੇ MSP ਦੇ ਸਕਦੀ ਹੈ ਤੇ ਕਿੱਥੇ ਦੇ ਸਕਦੀ ਹੈ? ਦੇਖੋ, ਜਿਹੜਾ MSP ਦੀ ਗੱਲ ਹੈਗੀ, ਮੈਂ ਤਾਂ ਕਹਿੰਦਾ MSP ਨਾਲ ਵੀ ਗੱਲ ਨਹੀਂ ਬਣਨੀ, ਪਰ ਇਹ ਸਿਗਨਲ ਪ੍ਰਾਈਸ ਹੈਗੀ, ਇਹਦੇ ਨਾਲ ਰਿਲੀਫ ਜ਼ਰੂਰ ਮਿਲਦੀ ਹੈ। ਘਾਟੇ ਵਾਲੀ ਖੇਤੀ ਨਫੇ ਵਾਲੀ ਖੇਤੀ 'ਚ ਹੁੰਦੀ ਹੈਗੀ। ਜੇ ਕਹੀਏ MSP ਭਾਵੇਂ ਸਵਾਮੀਨਾਥਨ ਦੀ ਰਿਕਮੈਂਡੇਸ਼ਨ ਤੇ ਹੋਵੇ, ਉਹਦੇ ਨਾਲ ਵੀ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣੀ ਹੈਗੀ। ਤੇ ਜਿਹੜੀ ਤੁਹਾਡਾ ਸਵਾਲ ਹੈਗਾ ਕਿ ਸਟੇਟਸ ਕੀ ਕਰਨ, ਕੁੱਲ ਮਿਲਾ ਕੇ ਤਾਂ MSP ਇਹ ਸੈਂਟਰ ਗੌਰਮੈਂਟ ਕੋਲ ਹੈਗੀ। ਪਰ ਸਟੇਟਸ ਦੇ ਲੈਵਲ ਤੇ ਜਿਹੜੀਆਂ 23 ਕ੍ਰੌਪਸ ਨੇ ਉਹ ਤਾਂ ਸੈਂਟਰ ਗੌਰਮੈਂਟ ਅਸ਼ੋਰ ਕਰੇਗੇ, ਉਹ 23 ਦੇ 23 ਪ੍ਰੋਕਿਓਰ ਕਰਨਗੇ। ਜਾਂ ਉਹ ਕ੍ਰੌਪਸ ਜਿਹੜੀਆਂ ਜਿੱਥੇ ਐਗਰੋ ਕਲਾਈਮੇਟਿਕ ਕੰਡੀਸ਼ਨ ਸੂਟ ਕਰਦੀਆਂ ਨੇ ਉਹ ਉਗਵਾਉਣ, ਉਹਦਾ ਪ੍ਰੋਕਿਓਰਮੈਂਟ ਏਰੀਆ ਬਣਾ ਕਰਨ। ਉਹਦੇ ਨਾਲ ਸਾਡਾ এনवायरमेंट ਵੀ ਬਚੂਗਾ, ਲੋਕ ਵੀ ਬਚਣਗੇ, ਇਲਾਕੇ ਵੀ ਬਚਣਗੇ। ਪਰ ਜਿੱਥੇ ਤੱਕ ਸਟੇਟਸ ਦਾ ਰੌਲਾ ਹੈਗਾ, ਸਟੇਟਸ ਦਾ ਇਹ ਹੈਗਾ ਸਟੇਟਸ ਨੂੰ ਆਪਦਾ ਰੈਵਨਿਊ ਵਧਾਉਣਾ ਪਊਗਾ, ਉਹਦੇ ਲਈ ਆਪਦੇ ਪੀੜੀ ਥੱਲੇ ਸੋਟਾ ਫੇਰਨਾ ਪਊਗਾ ਤੇ ਬਾਕੀ ਫੈਡਰਲ ਸੈਟਅਪ ਜਿਹੜਾ ਉਹਨੂੰ ਸਟਰੈਂਥਨ ਕਰਨਾ ਪਊਗਾ ਤੇ ਉੱਥੋਂ ਲਿਆ ਕੇ ਸਟੇਟਸ ਜਿਹੜੀਆਂ 23 ਕ੍ਰੌਪਸ ਤੋਂ ਬਿਨਾਂ ਬਾਕੀ ਕ੍ਰੌਪਸ ਨੇ, ਜਿਸ ਤਰ੍ਹਾਂ ਵੈਜੀਟੇਬਲਸ ਨੇ ਜਾਂ ਹਾਰਟੀਕਲਚਰ ਹੈਗਾ, ਉਹਦੇ ਵਿੱਚ ਜਿਵੇਂ ਕੇਰਲਾ 'ਚ ਉਹ ਦੇ ਰਹੇ ਨੇ MSP, ਜਾਂ ਮਾਰਕੀਟ ਪ੍ਰਾਈਸ ਅਤੇ MSP ਦਾ ਡਿਫਰੈਂਸ ਦੇ ਰਹੇ ਨੇ, ਉਹ ਦੇਣਗੇ ਤਾਂ ਉਹਦੇ ਨਾਲ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਆਊਗੇ, ਉਹਦੇ ਨਾਲ ਵੀ ਰਿਲੀਫ ਮਿਲੂਗੀ। ਅਸੀਂ ਬਾਗਬਾਨੀ ਤੇ ਸਬਜ਼ੀਆਂ ਵਾਲੇ ਪਾਸੇ ਜਾ ਸਕਦੇ ਹਾਂ, MSP ਦਿੱਤੀ ਜਾ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਬਾਗਬਾਨੀ ਤੇ ਸਬਜ਼ੀਆਂ ਵਾਲੇ ਪਾਸੇ ਅਸੀਂ ਕੋਈ ਰੈਵੋਲੂਸ਼ਨ ਲਿਆ ਸਕਦੇ ਹਾਂ ਜਾਂ ਉਹਦੀ ਵੱਡੇ ਪੱਧਰ ਤੇ ਅਸੀਂ ਲੋਕਾਂ ਦੀ ਕਾਇਆਕਲਪ ਕਰ ਦਾਂਗੇ, ਪਰ ਕ੍ਰੌਪ ਡਾਈਵਰਸੀਫਿਕੇਸ਼ਨ ਲਈ ਸਟੇਟਸ ਦੇ ਸਕਦੀਆਂ ਨੇ। ਸਟੇਟਸ ਦੇਣਗੀਆਂ ਤਾਂ ਜੇ ਆਪਦਾ ਰੈਵਨਿਊ ਵਧਾਉਣਗੀਆਂ। ਜਿਹੜੀ ਅੱਜ ਵਾਲੀ ਰੈਵਨਿਊ ਵਾਲੀ ਖਤਮ ਕਰਨਗੀਆਂ ਹੈ ਜੀ, ਮੇਨ ਮਸਲਾ ਤਾਂ ਕਰਪਸ਼ਨ ਦਾ ਨਾ, ਕਰਪਸ਼ਨ ਖਤਮ ਕਰਨਗੇ ਤਾਂ ਹੀ ਰੈਵਨਿਊ ਵਧੂਗਾ। ਪਾਲਿਸੀਜ਼ ਵੀ ਬਣਾਉਣੀਆਂ ਪੈਣਗੀਆਂ। ਪਾਲਿਸੀ ਜਿਵੇਂ ਹੁਣ ਮਾਈਨਿੰਗ ਦਾ ਕੰਮ ਹੈਗਾ, ਇਲੈਕਟ੍ਰਿਸਿਟੀ ਦਾ ਕੰਮ ਹੈਗਾ, ਇਹ ਲਿਕਰ ਵਾਲਾ ਕੰਮ, ਐਕਸਾਈਜ਼ ਵਾਲਾ ਕੰਮ ਹੈਗਾ, ਇਹ ਕਿਉਂ ਜਿਹੜਾ ਹੈਗਾ ਪ੍ਰਾਈਵੇਟ ਅਦਾਰਿਆਂ ਨੂੰ ਵੰਡੇ ਜਾਣ ਜਾਂ ਕਿਉਂ ਉਹ ਇੰਡੀਵਿਜੂਅਲਸ ਨੂੰ ਵੰਡੇ ਜਾਣ? ਕਿਉਂ ਨਾ ਸਟੇਟ ਕਾਰਪੋਰੇਸ਼ਨ ਨਾਲ ਬਣਾਈ ਜਾਣ? ਜਿੱਥੇ ਸਟੇਟ ਕਾਰਪੋਰੇਸ਼ਨ ਹੈ ਉੱਥੇ ਕਾਮਯਾਬ ਨੇ, ਸਟੇਟ ਦੀ ਇਨਕਮ ਵਧ ਰਹੀ ਹੈਗੀ। ਠੀਕ ਹੈ, ਇੱਕ ਆਖਰੀ ਸਵਾਲ ਨਹੀਂ ਸਰ, ਹਾਂਜੀ ਤੁਹਾਡਾ ਜਵਾਬ ਚਾਹੀਦਾ। ਤੁਸੀਂ ਅਖੀਰ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਲੱਗਦਾ ਕਿ ਕਿਸਾਨ, ਖੇਤ ਮਜ਼ਦੂਰ, ਪਿੰਡੂ, ਛੋਟਾ ਕਾਰੀਗਰ ਤੁਹਾਡੀ ਗੱਲ ਸੁਣਦਾ ਹੋਵੇ, ਸਰਕਾਰਾਂ ਵੀ ਸੁਣਦੀਆਂ? ਦੇਖੋ, ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਸਾਡਾ ਦੇਸ਼ ਹੈ, ਜਿੰਨੀ ਸਾਡੀ ਪਾਪੂਲੇਸ਼ਨ ਹੈ, ਜਿਹੜੇ ਸਾਡੇ ਹਾਲਾਤ ਨੇ, ਉਹਦੇ ਵਿੱਚ ਅਸੀਂ ਬਹੁਤ ਵੱਡੇ ਪੱਧਰ ਤੇ ਖੇਤੀਬਾੜੀ 'ਤੇ ਨਿਰਭਰ ਲੋਕਾਂ ਦਾ ਉਜਾੜਾ ਕਰਕੇ ਦੂਜੇ ਪਾਸੇ ਨਹੀਂ ਲਿਜਾ ਸਕਦੇ। ਕਿਉਂਕਿ ਜਿਹੜੀ ਹੈਗੀ ਉਦਯੋਗ ਨੇ ਉਹਨਾਂ 'ਚ ਮੈਕਨਾਈਜੇਸ਼ਨ ਤੇ ਆਟੋਮੇਸ਼ਨ
ਜਿਹੜੀ ਚੱਲ ਰਹੀ ਆ ਉਹਦੇ ਨਾਲ ਸਗੋਂ ਆਲਰੇਡੀ ਜਿਹੜੇ ਐਗਜ਼ਿਸਟ ਕਰਦੇ ਇੰਪਲੋਇਮੈਂਟ ਆ ਉਹ ਵੀ ਖੋਈ ਜਾ ਰਹੀ ਹੈ। ਸਰਵਿਸ ਸੈਕਟਰ ਕੋ ਬਹੁਤ ਘੱਟ ਮੌਕੇ ਨੇ, ਇਸ ਲਈ ਜਿਹੜੀ ਲੋੜ ਹੈ ਉਹ ਲੋੜ ਤਾਂ ਹੈਗੀ ਕਿ ਇੰਪਲੋਇਮੈਂਟ ਇੱਥੇ ਹੀ ਜਨਰੇਟ ਕੀਤੀ ਜਾਵੇ। ਜੇ ਇੰਪਲੋਇਮੈਂਟ ਇੱਥੇ ਜਨਰੇਟ ਕਰਨੀ ਹੈ, ਜਿਹੜੀ ਇੰਡਸਟਰੀ ਦੀ ਗੱਲ ਹੈ ਉਹ ਐਗਰੋ ਬੇਸਡ ਕੋਆਪਰੇਟਿਵਸ ਕਿਉਂ ਨਾ ਹੋਣ, ਉਹਦੇ ਨਾਲ ਇੰਪਲੋਇਮੈਂਟ ਵੀ ਜਨਰੇਟ ਹੋਊਗੀ, ਵੈਲਿਊ ਐਡੀਸ਼ਨ ਦਾ ਬੈਨੀਫਿਟ ਵੀ ਮਿਲੂਗਾ ਅਤੇ ਪਿੰਡਾਂ ਦੀ ਇਕਨੋਮੀ ਵੀ ਧੜਕਣ ਲੱਗੂ, ਉਹਦੇ ਨਾਲ ਸਾਰੇ ਦੇਸ਼ ਦੀ ਇਕਨੋਮੀ ਧੜਕੂਗੀ। ਇਸ ਲਈ ਬਣਦਾ ਇਹ ਹੈਗਾ ਕਿ ਸਰਕਾਰਾਂ ਆਪਦਾ ਇਕਨੋਮਿਕ ਮਾਡਲ ਚੇਂਜ ਕਰਨ, ਐਗਰੀਕਲਚਰ ਪਾਲਿਸੀ ਚੇਂਜ ਕਰਨ, ਨਾਲ ਨਾਲ ਜਿਹੜੇ ਪੇਂਡੂ ਭਾਈਚਾਰਾ ਜਿਹਦੇ 'ਚ ਕਿਸਾਨ, ਖੇਤ ਮਜ਼ਦੂਰ ਦੇ ਪੇਂਡੂ ਕਾਰੀਗਰ ਨੇ, ਆਪਸੀ ਕੋਆਪਰੇਸ਼ਨ ਵਧਾਉਣ ਅਤੇ ਰਲ ਮਿਲ ਕੇ ਰਹਿਣਾ ਸਿੱਖਣ ਅਤੇ ਇੱਕ ਦੂਜੇ ਦੀ ਮਦਦ ਕਰਨਾ ਸਿੱਖਣ। ਉਹਦੇ ਨਾਲ ਅਸੀਂ ਕਾਫੀ ਸਮੱਸਿਆਵਾਂ ਆਪਦੀਆਂ ਹੱਲ ਕਰ ਲਾਂਗੇ। ਤੇ ਇੱਕ ਸੁਨੇਹਾ ਜ਼ਰੂਰ ਹੈਗਾ, ਉਹ ਸੁਨੇਹਾ ਇਹ ਹੈ ਕਿ ਖੁਦਕਸ਼ੀਆਂ ਬਾਰੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਜਿੰਨੀਆਂ ਜਥੇਬੰਦੀਆਂ ਨੇ ਉਹ ਕਿਸਾਨਾਂ ਦੀਆਂ, ਖੇਤ ਮਜ਼ਦੂਰਾਂ, ਪਿੰਡ ਛੋਟੇ ਕਾਰੀਗਰ ਦੀਆਂ, ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਦੇ ਜਿਹੜੇ ਵਰਕਰ ਨੇ, ਆਪਦੇ ਮੈਂਬਰ ਆ, ਉਹਨਾਂ ਨੂੰ ਐਜੂਕੇਟ ਕਰਨਾ ਪਊ ਕਿ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ, ਸਗੋਂ ਇਹ ਤਾਂ ਬਾਕੀ ਰਹਿ ਗਏ ਪਰਿਵਾਰ ਦੇ ਜੀਆਂ ਲਈ ਹੋਰ ਸਮੱਸਿਆਵਾਂ ਖੜੀਆਂ ਕਰ ਦਿੰਦੇ। ਇਸ ਲਈ ਜਿਹੜਾ ਚੱਲ ਰਿਹਾ ਸਾਡਾ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ ਸੰਘਰਸ਼ ਹੈ, ਉਹੀ ਸਮੱਸਿਆਵਾਂ ਦਾ ਹੱਲ ਹੈਗਾ। ਚਲੋ, ਬਹੁਤ ਧੰਨਵਾਦ ਡਾਕਟਰ ਗਿਆਨ ਸਿੰਘ, ਤੁਸੀਂ ਸ਼ੁਕਰੀਆ ਜੀ ਤੁਹਾਡਾ। ਇਹ ਸਨ ਡਾਕਟਰ ਗਿਆਨ ਸਿੰਘ, ਜਿਨ੍ਹਾਂ ਨੇ ਸਭ ਕੁਝ ਦੱਸ ਦਿੱਤਾ ਤੇ ਇਹ ਹੁਣ ਸਰਕਾਰਾਂ ਨੇ ਵੀ ਸੁਣਨਾ, ਕਿਸਾਨਾਂ ਨੇ ਵੀ ਸੁਣਨਾ, ਖੇਤ ਮਜ਼ਦੂਰਾਂ ਨੇ ਵੀ ਸੁਣਨਾ, ਪੇਂਡੂ ਛੋਟੇ ਕਾਰੀਗਰਾਂ ਨੇ ਵੀ ਸੁਣਨਾ। ਸੁਣ ਕੇ ਤੁਸੀਂ ਆਪਦਾ ਫੈਸਲਾ ਕਰਨਾ ਕਿ ਤੁਸੀਂ ਕਿਵੇਂ ਰਹਿਣਾ, ਤੇ ਸਾਡੇ ਮੀਡੀਆ ਨੇ ਵੀ ਫੈਸਲਾ ਕਰਨਾ ਹੈਗਾ ਹਜੇ, ਕਿਉਂਕਿ ਪਹਿਲਾਂ ਉਹ ਕੁਝ ਹੋਰ ਕਹਿੰਦਾ ਸੀ, ਸਾਡਾ ਇੱਕ ਵਰਗ ਹੈ ਜਿਹੜਾ ਉਹ ਕੁਝ ਹੋਰ ਕਹਿੰਦਾ ਸੀ ਇਹਨਾਂ ਖੇਤੀ ਕਾਨੂੰਨਾਂ ਬਾਰੇ, ਸਰਕਾਰਾਂ ਬਾਰੇ, ਪਰ ਹੁਣ ਸ਼ਾਇਦ ਉਹਨਾਂ ਨੂੰ ਵੀ ਸਵੈ ਮੰਥਨ ਕਰਨਾ ਪਊਗਾ, ਸਵੈ ਪੜਚੋਲ ਕਰਨੀ ਪਊਗੀ। ਬਹੁਤ ਧੰਨਵਾਦ।